कहते ने ਅਸੀਂ ਕਮਰੇ ਦੇ ਵਿੱਚ ਇੰਨੀ ਕਣਕ ਉਗਾਤਾ ਹੂੰ ਮੈਂ ਇੰਨਾ ਗੇਹੂੰ ਉਗਾਤਾ ਹੂੰ। ਉਹ ਕੌਣ ਕਿਸਾਨ ਨੇ ਜੀ? ਕਿਸਾਨੀ ਦੀ ਅਸਲੀ ਦੁੱਖ ਦਰਦ ਕਿਵੇਂ ਜਾਣਦੇ ਹੋਣਗੇ? ਤੇ ਉਹ ਸਭ ਤੋਂ ਵੱਡੀ ਗੱਲ ਵੀ ਇੰਨਾ ਸੈਂਸਿਟਿਵ ਮੁੱਦੇ ਤੇ ਤੁਸੀਂ ਪਬਲਿਕ ਫਿਗਰ ਹੋ ਕੇ ਐਡੇ ਬਿਆਨ ਕਿਵੇਂ ਦੇ ਸਕਦੇ ਹੋ ਵੀ ਨਹੀਂ ਨਹੀਂ ਜੀ ਬਿੱਲ ਤਾਂ ਬਹੁਤ ਵਧੀਆ। ਦੇਖੋ ਜੀ, ਇਹ ਜਿਹੜਾ ਸਟੈਂਡ ਹੈ ਨਾ ਇਹਨਾਂ ਦਾ, ਇਹ ਜਿਵੇਂ ਕਿਹਾ ਕਿ ਬੜੇ ਕਸੂਤੇ ਫਸ ਗਏ ਨੇ। ਉਹ ਚਾਹੁੰਦੇ ਇਹ ਵੀ ਨੇ ਕਿ ਸਾਡਾ ਭਾਜਪਾ ਦੇ ਨਾਲੋਂ ਨਾਤਾ ਵੀ ਨਾ ਟੁੱਟੇ। ਅਸੀਂ ਸਿੱਧੇ ਤਰੀਕੇ ਨਾਲ ਉਹ ਕਹਿ ਵੀ ਨਹੀਂ ਸਕਦੇ ਕਿ ਮੋਦੀ ਸਾਹਿਬ ਤੁਸੀਂ ਗਲਤ ਫੈਸਲਾ ਲਿਆ। ਜਿਵੇਂ ਸਿੱਧੂ ਸਾਹਿਬ ਨੇ ਸਟੇਟਸ ਪਾਇਆ ਆਪਣਾ, ਉਹ ਜਿਹੜਾ ਟਵਿੱਟਰ ਦੇ ਉੱਪਰ ਉਹਨਾਂ ਨੇ ਲਿਖਿਆ ਆ, ਉਹ ਤੋਂ ਤੁਸੀਂ ਇੱਕੋ ਜਿਹੀ ਨਹੀਂ ਜਾਣਦੇ ਕਿ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਨੇ ਜਾਂ ਸਰਕਾਰ ਦੇ ਹੱਕ ਦੀ। ਮੈਨੂੰ ਲੱਗਦਾ ਸੱਚਮੁੱਚ ਹਰਸਿਮਰਤ ਕੌਰ ਬਾਦਲ ਇਹੀ ਸਮਝਦੀ ਹੈ ਕਿ ਮੇਰੇ ਸੱਚੀ ਲੋਕ ਬੇਅਕਲ ਨੇ, ਵੀ ਕਿਸੇ ਨੇ ਕਿਹੜਾ ਕੋਈ ਸਮਝ ਆਉਣੀ ਹੈ ਵੀ ਮੈਂ ਕੀ ਕਰ ਗਈ ਜਾਂ ਕੀ ਕਰ ਗਈ। ਅੱਜ ਜੇ ਰਾਜ ਸਭਾ 'ਚ ਪਾਸ ਹੋਇਆ ਤੇ ਦੂਸਰੀਆਂ ਪਾਰਟੀਆਂ ਨੇ ਵੀ ਅੰਦਰ ਖਾਤੇ ਸਾਥ ਦਿੱਤਾ ਤਾਂ ਹੀ ਪਾਸ ਹੋਇਆ, ਕਿਉਂਕਿ ਭਾਜਪਾ ਦੇ ਬਹੁਮਤ 'ਚ ਨਹੀਂ ਹੈ। ਕਿ MSP ਦਾ ਮਤਲਬ ਹੈ ਕਿ ਮਿਨੀਮਮ ਸੇਲ ਪ੍ਰਾਈਸ, ਉਹ ਕਿੰਨਾ ਹੋਏਗਾ? ਉਹ ਇਸ ਵੇਲੇ ਜੇ ਮੰਨ ਲਓ 1850 ਆ, ਹੁਣ ਜੇ ਅਗਲੇ ਸਾਲ ਉਹ ਕਹਿੰਦੇ ਜੀ ਅਸੀਂ ਤੇ 600 ਦੇਣਾ, ਉਹ ਕਹਿਣਗੇ ਅਸੀਂ ਤੇ ਮਿਨੀਮਮ ਸੇਲ ਪ੍ਰਾਈਸ ਦੀ ਗੱਲ ਕੀਤੀ ਸੀ, MSP ਦੀ ਗੱਲ ਕੀਤੀ ਸੀ, ਇਹਨੂੰ ਖਤਮ ਨਹੀਂ ਕਰਾਂਗੇ। ਇਹ ਥੋੜੀ ਦੱਸਿਆ ਸੀ ਵੀ 500 ਰੱਖਣਾ ਕਿ 1500 ਰੱਖਣਾ। ਸ਼ਾਹੀਨ ਬਾਗ ਦੇ ਵਿੱਚ ਐਨੇ ਸੈਂਕੜੇ ਔਰਤਾਂ ਬੈਠੀਆਂ ਰਹੀਆਂ ਕਿਸਾਨਾਂ ਦੀ, ਤੇ ਚਲੋ ਫਿਰ ਮਰਦਾਂ ਨੂੰ ਤੇ ਕੋਈ ਇਸ ਤੇ ਪੁੱਛਦਾ ਨਹੀਂ, ਪਾਣੀ ਦੀਆਂ ਬੁਛਾੜਾਂ ਕਰਦੇ ਨੇ, ਡਾਂਗਾਂ ਭਰਾਉਂਦੇ ਨੇ। ਦਲੇਰ ਮਹਿੰਦੀ ਵਰਗੇ, ਆਪਣਾ ਹੰਸਰਾਜ ਵਰਗੇ ਜਿਹਨਾਂ ਸਾਰੀ ਉਮਰ ਗਾਇਆ, ਉਹ ਵੀ ਅੱਜ ਮੁੱਠੀਆਂ 'ਚ ਫੜ ਕੇ ਅਨਾਜ ਔਰ ਸਰੋਂ ਫੜ ਕੇ ਕਹਿੰਦੇ ਜੀ ਮੈਂ ਵੀ ਕਿਸਾਨ ਹੂੰ। ਇਹ ਧਿਆਨ ਦੇਣ ਦੀ ਲੋੜ ਹੈ ਕਿ ਪਹਿਲਾਂ ਵੀ ਬੇਅਦਬੀ ਵਾਲੇ ਮਾਮਲੇ ਦੇ ਨਾਲ ਹੀ ਕਿਸਾਨ ਰੋਹ ਜਿਹੜਾ ਸੀਗਾ ਉਹਦਾ ਰਸਤਾ ਮੋੜ ਦਿੱਤਾ ਗਿਆ। ਉਹ ਜਿਹੜਾ ਸਾਰਾ ਉਹ ਜਿਹੜਾ ਗੁੱਸਾ ਆ ਉਹ ਬੇਅਦਬੀ ਵਾਲੇ ਪਾਸੇ ਚਲਾ ਗਿਆ। ਮੈਂ ਤਾਂ ਇਸ ਗੱਲ ਤੇ ਹੈਰਾਨ ਹੈ ਕਿ ਲੀਡਰ ਲੋਕਾਂ ਨੂੰ ਸਮਝਣ ਕੀ ਲੱਗ ਗਏ। ਲੀਡਰ ਲੋਕਾਂ ਨੂੰ ਉਹਦੀ ਸਿਆਣੇ ਸਮਝਦੇ ਵੀ ਹਾਂ ਸਰ ਤੁਸੀਂ ਵੋਟ ਪਾਉਣੀ ਹੈ। ਬਿਆਨ ਦੇ ਕੇ ਬਹੁਤ ਸਾਰੇ ਬਿਆਨਾਂ ਤੋਂ ਮੁੱਕਰਦੇ ਰਹੇ ਨੇ, ਔਰ ਉਹਨਾਂ ਦਾ ਤੇ ਬਹੁਤ ਸਾਰੇ ਬਿਆਨਾਂ ਤੋਂ ਸ਼ਰੇਆਮ ਮੁੱਕਰ ਜਾਂਦੇ ਨੇ। ਉਹ ਕਹਿੰਦੇ ਨੇ ਮੈਂ ਕਿਹਾ ਹੀ ਨਹੀਂ ਜਿਹੜਾ ਕਿ ਔਨ ਰਿਕਾਰਡ ਵੀਡੀਓ 'ਚ ਪਿਆ ਹੁੰਦਾ। ਹੁਣ ਇਸ ਵੇਲੇ ਕਹਿਣ ਨੰਬਰ ਬਣਾਉਣ ਨੂੰ ਆਪਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਵਧੀਆ ਹੈ ਜੀ, ਅਕਾਲੀ ਦਲ ਵਧੀਆ ਹੈ ਜੀ, ਫਲਾਣਾ। ਆਮ ਆਦਮੀ ਪਾਰਟੀ ਦਾ ਵੀ ਕੋਈ ਬੰਦਾ ਉੱਥੇ ਨਹੀਂ ਗਿਆ। ਜਿਵੇਂ ਬੀਬਾ ਬਾਦਲ ਨੇ ਕਿਹਾ ਨਾ ਕਿ ਮੈਂ ਆਪਣੇ ਟੱਬਰ ਦੇ ਨਾਲ ਜਿਹੜਾ ਵੀ ਜਿੱਦਾਂ ਦਾ ਵੀ ਮੇਰਾ ਹੈਗਾ ਭੋਲਾ ਪਰਿਵਾਰ ਜਿਹੜਾ ਹੈਗਾ ਕਿਸਾਨੀ ਪਰਿਵਾਰ, ਇਹਨੂੰ ਨਹੀਂ ਸਮਝ ਹੈਗੀ, ਉਹਨਾਂ ਦੇ ਨਾਲ ਖਲੋਤੀ ਆ, ਝੂਠੀ ਸੱਚੀ ਹੋ ਕੇ ਬੀਬੀ ਖੜੀ ਆ, ਪਰ ਉਹਦੇ ਨਾਲ ਤਾਂ ਕੋਈ ਖੜਿਆ ਵੀ ਨਹੀਂ। ਜ਼ਿੰਦਾਬਾਦ ਚੈਨਲ ਦੇਖ ਰਹੇ ਹੋ ਤੁਸੀਂ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਸਾਥੀ ਗੁਸਤਾਖ ਸੈਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਖੇਤੀ ਆਰਡੀਨੈਂਸ ਮਾਮਲੇ ਤੇ ਅੱਜ ਫਿਰ ਚਰਚਾ ਕਰਾਂਗੇ। ਹਰਸਿਮਰਤ ਕੌਰ ਬਾਦਲ ਨੇ ਜਿਹੜਾ ਅਸਤੀਫਾ ਤਾਂ ਦਿੱਤਾ ਸੀ, ਜਦੋਂ ਅਸਤੀਫਾ ਦਿੱਤਾ ਸੀ ਨਾ ਉਦੋਂ ਉਹਨਾਂ ਨੇ ਮਤਲਬ ਬੜੇ ਖਾਸ ਕਲੀਅਰ ਸ਼ਬਦਾਂ ਦੇ ਵਿੱਚ ਕਿਹਾ ਸੀਗਾ ਕਿ ਮੈਂ ਕਿਸਾਨਾਂ ਦੀ ਧੀ ਹਾਂ ਤੇ ਕਿਸਾਨਾਂ ਦੇ ਨਾਲ ਖੜਨ ਦਾ ਮੈਨੂੰ ਮਾਣ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਲਿਖਿਆ ਸੀ। ਪਰ ਉਸ ਤੋਂ ਬਾਅਦ ਗੁਸਤਾਖ ਜੀ ਇੱਕ ਇੰਟਰਵਿਊ ਹੋਈ, ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੱਕ ਹੋਰ ਯੂ ਟਰਨ ਲਿਆ। ਹੁਣ ਅਕਾਲੀ ਦਲ ਕਿੰਨੇ ਕੁ ਯੂ ਟਰਨ ਲਊਗਾ? ਪਹਿਲਾਂ ਉਹਨਾਂ ਨੇ ਯੂ ਟਰਨ ਇਸ ਗੱਲ ਤੇ ਲਿਆ ਜਦੋਂ ਸੁਖਬੀਰ ਸਿੰਘ ਬਾਦਲ ਹੋਰੇ ਕਹਿੰਦੇ ਸੀ ਕਿ ਨਹੀਂ ਇਹ ਤਾਂ ਅਸੀਂ ਪੜ੍ਹਿਆ ਹੋਇਆ ਇਹਨੂੰ ਪ੍ਰੋਪਰ, ਇਹ ਤਾਂ ਬਹੁਤ ਚੰਗਾ ਬਿੱਲ ਹੈ ਤੁਹਾਡੇ ਵਾਸਤੇ। ਕਿੰਨੇ 20-25 ਦਿਨ ਕਹਿੰਦੇ ਰਹੇ, 2 ਵੀਕਸ ਜਿਹੜੇ ਪਿਛਲੀ ਉਹਨਾਂ ਦੀ ਵੀਡੀਓ ਸਾਹਮਣੇ ਆ ਰਹੀਆਂ ਨੇ। ਤਾਂ ਉਸ ਤੋਂ ਬਾਅਦ ਅਚਾਨਕ ਫਿਰ ਉਹ ਕਹਿੰਦੇ ਨੇ ਉਹਦੇ 'ਚ ਜਾ ਕੇ ਕਹਿੰਦੇ ਵੀ ਅਸੀਂ ਲੋਕ ਸਭਾ ਦੇ ਵਿੱਚ ਜਾ ਕੇ ਵਿਰੋਧ ਕੀਤਾ ਇਹਦੇ ਅਗੇਂਸਟ ਵੋਟ ਪਾਈ ਹੈ ਤੇ ਅਸੀਂ ਕਿਹਾ ਮੋਦੀ ਸਰਕਾਰ ਨੇ ਸਾਨੂੰ ਪੁੱਛਿਆ ਹੀ ਨਹੀਂ ਵੀ ਸਾਨੂੰ ਇਹ ਤਾਂ ਪਤਾ ਸੀ ਵੀ ਆਰਡੀਨੈਂਸ ਆ ਰਿਹਾ, ਸਾਨੂੰ ਇਹ ਨਹੀਂ ਪਤਾ ਸੀ ਇਹਨਾਂ ਦੇ ਵਿੱਚ ਕੀ ਹੈ। ਫਿਰ ਹੁਣ ਹਰਸਿਮਰਤ ਕੌਰ ਬਾਦਲ ਨੇ ਅਸਤੀਫੇ ਤੋਂ ਬਾਅਦ ਇੱਕ ਹੋਰ ਯੂ ਟਰਨ ਲੈ ਲਿਆ। ਉਹ ਕਹਿੰਦੇ ਨੇ, ਉਹ ਪੱਤਰਕਾਰ ਬੜੇ ਤਰੀਕੇ ਨਾਲ ਪੁੱਛਦਾ, ਕਹਿੰਦਾ ਤੁਸੀਂ ਮਤਲਬ ਤੁਸੀਂ ਬਿੱਲ ਦਾ ਵਿਰੋਧ ਕੀਤਾ? ਕਹਿੰਦੀ ਨੋ ਲੈਟ ਮੀ ਬੀ ਵੈਰੀ ਕਲੀਅਰ, ਕਹਿੰਦੀ ਮੈਨੂੰ ਬੜੇ ਸਾਫ਼ ਸ਼ਬਦਾਂ 'ਚ ਕਹਿਣ ਦੀ ਲੋੜ ਹੈ ਕਿ ਮੈਂ ਬਿੱਲ ਦੇ ਹੱਕ ਦੇ ਵਿੱਚ ਹੈ, ਮੈਂ ਬਿੱਲ ਦੇ ਵਿਰੋਧ ਦੇ ਵਿੱਚ ਨਹੀਂ ਹਾਂ। ਜਿਹੜੇ ਕਿਸਾਨ ਨੇ ਉਹ ਵਿਰੋਧ ਦੇ ਵਿੱਚ ਹੈ। ਇਹ ਵੇਖੋ ਜੀ, ਇਹ ਬੜੀ ਕਸੂਤੀ ਜਿਹੜੀ ਹੈ ਨਾ ਸਿਚੁਏਸ਼ਨ ਬਣਾ ਲਈ ਆ ਅਕਾਲੀ ਦਲ ਨੇ ਆਪਣੇ ਵਾਸਤੇ ਹੀ। ਜਿਹੜਾ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਅਸੀਂ ਅਕਾਲੀ ਦਲ ਜਿਹੜਾ ਹੈਗਾ ਆ ਉਹ ਇਸ ਬਿੱਲ ਦੇ ਪੂਰਾ ਹੱਕ 'ਚ ਆ, ਬਿੱਲ ਦੀਆਂ ਸਿਫਤਾਂ ਕੀਤੀਆਂ ਨੇ ਵੱਖੋ ਵੱਖਰੀਆਂ, ਤਿੰਨਾਂ ਹੀ ਮੁੱਖ ਲੀਡਰਾਂ ਨੇ ਵੱਖੋ ਵੱਖਰੀਆਂ ਵੀਡੀਓ ਦੇ ਵਿੱਚ ਪੂਰੀਆਂ ਸਿਫਤਾਂ ਕੀਤੀਆਂ ਨੇ ਕਿ ਅਸੀਂ ਇਹ ਪੜ੍ਹਿਆ ਆ। ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹਨਾਂ ਨੇ ਉਸ ਵੇਲੇ ਇਹਨਾਂ ਦੇ ਲਫ਼ਜ਼ ਇਹ ਸਨ ਕਿ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹ ਕਾਂਗਰਸ ਦੀ ਬੀ ਟੀਮ ਨੇ, ਕਾਂਗਰਸ ਦੀ ਬੀ ਟੀਮ ਤੱਕ ਉਹਨਾਂ ਨੂੰ ਕਹਿ ਦਿੱਤਾ ਕਿਸਾਨਾਂ ਨੂੰ। ਔਰ ਫਿਰ ਚਲੋ ਇਹਨਾਂ ਨੇ ਦੇਖਿਆ ਕਿ ਵਿਰੋਧ ਵੱਧ ਗਿਆ, ਫਿਰ ਇਹਨਾਂ ਨੇ ਯੂ ਟਰਨ ਲਿਆ ਔਰ ਕਿਹਾ ਕਿ ਅਸੀਂ ਤੇ ਜੀ ਅਸਤੀਫਾ ਦੇ ਰਹੇ ਹਾਂ
ਕੁਰਬਾਨੀ ਦੇ ਰਹੇ ਹਾਂ ਅਸੀਂ, ਜਿਹੜੀ ਉਹਨਾਂ ਦੀ ਕੁਰਬਾਨੀ ਇੱਕ ਉਹਨਾਂ ਦਾ ਟ੍ਰੈਂਡ ਤਕੀਆ ਕਲਾਮ ਹੀ ਹੈਗਾ, ਬਣਿਆ ਉਹਨਾਂ ਦਾ ਹੋਇਆ। ਤਕੀਆ ਕਲਾਮ ਹੈਗਾ ਹਰ ਇੱਕ ਭਾਸ਼ਣ ਦੇ ਵਿੱਚ। ਉਹ ਇੱਕ ਖਾਨਦਾਨੀ ਜਿਹਨੂੰ ਕਿਹਾ ਜਾ ਸਕਦਾ ਕਿ ਅਸੀਂ ਕੁਰਬਾਨੀ ਮੈਨੂੰ ਦਿਆਂਗੇ। ਲੱਗਦਾ ਕੁਰਬਾਨੀ ਦਾ ਉਹਨਾਂ ਨੇ ਜਿਹੜਾ ਉਹ ਸੀ ਕੁਰਬਾਨੀ ਦਾ ਸਟੇਟਸ ਹੀ ਡਾਊਨ ਕਰਤਾ। ਕੁਰਬਾਨੀ ਦਾ ਸਟੇਟਸ ਹੀ ਡਾਊਨ ਕਰਤਾ। ਪਰ ਜਿਹੜੀ ਹੁਣ ਹੈਰਾਨੀਜਨਕ ਗੱਲ ਆ, ਔਰ ਇਹਨੂੰ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਬੜੇ ਸਾਫ਼ ਤਰੀਕੇ ਨਾਲ ਸਮਝਣ ਦੀ ਲੋੜ ਆ ਕਿ ਜਿਹੜਾ ਉਹਨਾਂ ਨੇ ਹੁਣ ਬਿਆਨ ਦਿੱਤਾ ਹੈ ਕਿ ਮੈਂ ਵਿਰੋਧ 'ਚ ਨਹੀਂ ਆ, ਮੈਂ ਇਹ ਸਾਫ਼ ਕਰ ਦਿਆਂ ਕਿ ਮੈਂ ਵਿਰੋਧ 'ਚ ਨਹੀਂ ਆ, ਵਿਰੋਧ 'ਚ ਕਿਸਾਨ ਨੇ। ਇਸ ਕਰਕੇ ਮੈਂ ਉਹਨਾਂ ਦੇ ਹੱਕ 'ਚ ਉਹਨਾਂ ਦੇ ਨਾਲ ਹੁੰਦਿਆਂ, ਕਿਉਂਕਿ ਉਹ ਮੇਰੀ ਫੈਮਿਲੀ ਆ, ਕਿਸਾਨ ਤੇ ਮੇਰੇ ਭੈਣ ਭਰਾ ਨੇ, ਇਸ ਕਰਕੇ ਮੈਂ ਅਸਤੀਫਾ ਦਿੱਤਾ, ਉਹਨਾਂ ਦੇ ਨਾਲ ਚੱਲਦੇ ਆ। ਜੇ ਇਹਨੂੰ ਪੰਜਾਬੀ 'ਚ ਕਹੀਏ ਨਾ ਸਾਫ਼ ਸੁਥਰੇ ਲਫ਼ਜ਼ਾਂ 'ਚ, ਤੇ ਇੰਝ ਹੁੰਦੀ ਹੈ ਗੱਲ ਕਿ ਮੈਂ ਤੇ ਸਿਆਣੀ ਆ, ਮੈਨੂੰ ਤੇ ਸਮਝ ਆ ਪੂਰੀ, ਪਰ ਮੇਰਾ ਪਿੱਛੇ ਟੱਬਰ ਹੀ ਕਮਲਾ ਆ ਕਿ ਜਿਹੜਾ ਮੇਰੇ ਕਿਸਾਨ ਪਰਿਵਾਰ ਹੈ, ਮੇਰਾ ਕਿਸਾਨ ਇੰਨੇ ਲੱਖਾਂ ਦੀ ਗਿਣਤੀ 'ਚ ਆ, ਇਹੋ ਹੀ ਬੇਅਕਲ ਨੇ ਵਿਚਾਰੇ, ਇਹਨਾਂ ਨੂੰ ਸਮਝ ਨਹੀਂ ਗਈ। ਪਰ ਜਿੱਦਾਂ ਵੀ ਆ ਹੁਣ ਮੈਨੂੰ ਆਪਣੇ ਟੱਬਰ ਦੀ ਖਾਤਰ ਨਾਲ ਤੇ ਖਲੋਣਾ ਪੈਣਾ ਨਾ। ਵੈਸੇ ਮੇਰਾ ਇਹ ਕਲੀਅਰ ਹੈ ਕਿ ਇਹ ਬਿੱਲ ਬਹੁਤ ਵਧੀਆ। ਦੇਖੋ ਤੁਸੀਂ ਇਹ ਬਿਆਨ ਜਿਹੜਾ ਹੈ, ਇਹ ਦੇਖੋ ਕਿੰਨਾ ਕਿ ਇਹ ਕਿਸਾਨਾਂ ਦੇ ਭਲੇ ਦਾ ਆ, ਔਰ ਕਿਸਾਨਾਂ ਨੂੰ ਇਹ ਵਿਚਾਰਨਾ ਚਾਹੀਦਾ ਜ਼ਰੂਰ। ਤੁਸੀਂ ਕਿੰਨੇ ਵਧੀਆ ਤਰੀਕੇ ਦੇ ਨਾਲ ਤੇ ਬਿਲਕੁਲ ਪੇਂਡੂ ਭਾਸ਼ਾ ਨਾਲ, ਕਿਉਂਕਿ ਸਾਰੇ ਪਿੰਡਾਂ ਵਾਲੇ ਸੁਣਨ ਵਾਲੇ ਨੇ, ਉਸ ਤਰੀਕੇ ਨਾਲ ਜਿਵੇਂ ਗੁਸਤਾਖ ਜ਼ੈਨ ਨੇ ਦੱਸਤਾ, ਮੈਨੂੰ ਲੱਗਦਾ ਇਹ ਦੱਸਿਆ ਨਹੀਂ ਜਾਣਾ ਕਿਸੇ ਤੋਂ ਕਿ ਇਹ ਬਿਲਕੁਲ ਇਦਾਂ। ਫਿਰ ਬਿਆਨ ਦੇ ਵਿੱਚ ਤੁਸੀਂ ਦੱਸੋ ਕਿ ਕੀ ਹੋ ਸਕਦਾ। ਜੇ ਤੁਹਾਨੂੰ ਕੁਝ ਲੱਗਦਾ ਵੀ ਇਸ ਬਿਆਨ ਦਾ ਕੋਈ ਹੋਰ ਮਤਲਬ ਹੈ, ਅਕਾਲੀ ਦਲ ਵਾਲੇ ਵੀ ਸੁਣਦੇ ਹੋਣਗੇ, ਤਾਂ ਤੁਸੀਂ ਸਾਨੂੰ ਕਮੈਂਟਾਂ 'ਚ ਦੱਸ ਸਕਦੇ ਹੋ। ਪਰ ਮਤਲਬ ਇਹੀ ਬਣਦਾ ਕਿ ਦੇਖੋ ਵੀ ਮੈਂ ਮੈਨੂੰ ਆਪਦੇ ਟੱਬਰ ਨਾਲ ਤਾਂ ਕੱਢਣਾ ਹੀ ਪੈਣਾ। ਅੱਛਾ, ਕੀ ਮਾਇਨੇ ਇਸ ਬਿਆਨ ਦੇ, ਕੀ ਸਮਝਦੇ ਹੋ ਗੁਸਤਾਖ? ਕੀ ਮਾਇਨੇ ਹੋਣਗੇ ਤੇ ਕੀ ਹਜੇ ਵੀ ਉਹਨਾਂ ਨੂੰ ਅਸਤੀਫਾ ਤਾਂ ਦੇ ਤੱਕ ਉਹਨਾਂ ਨੇ ਯੂ ਟਰਨ ਤਾਂ ਲੈ ਲਿਆ, ਉਹਨਾਂ ਨੂੰ ਲੱਗਿਆ ਵੀ ਯੂ ਟਰਨ ਦਾ ਵੀ ਕੋਈ, ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਯੂ ਟਰਨ ਲਿਆ ਵੀ ਹੁਣ ਆਪਦੀ ਜਿਹੜੀ ਭਾਈਵਾਲ ਪਾਰਟੀ ਉਹ ਤੋਂ ਕਦੋਂ ਟੁੱਟਣਾ ਹੈ, ਕਿ ਉਹਦੇ ਨਾਲ ਜੁੜਨ ਦੀਆਂ ਇਹ ਮੈਸੇਜਸ ਨੇ, ਕੀ ਸੁਨੇਹੇ ਨੇ? ਦੇਖੋ ਜੀ, ਇਹ ਜਿਹੜਾ ਸਟੈਂਡ ਹੈ ਨਾ ਇਹਨਾਂ ਦਾ, ਇਹ ਜਿਵੇਂ ਕਿਹਾ ਕਿ ਬੜੇ ਕਸੂਤੇ ਫਸ ਗਏ ਨੇ। ਉਹ ਚਾਹੁੰਦੇ ਇਹ ਵੀ ਨੇ ਕਿ ਸਾਡਾ ਭਾਜਪਾ ਦੇ ਨਾਲੋਂ ਨਾਤਾ ਵੀ ਨਾ ਟੁੱਟੇ। ਅਸੀਂ ਸਿੱਧੇ ਤਰੀਕੇ ਨਾਲ ਉਹ ਕਹਿ ਵੀ ਨਹੀਂ ਸਕਦੇ ਕਿ ਮੋਦੀ ਸਾਹਿਬ ਤੁਸੀਂ ਗਲਤ ਫੈਸਲਾ ਲਿਆ। ਜੇ ਉਹ ਕਹਿੰਦੇ ਆ ਸਿੱਧੇ ਤਰੀਕੇ ਦੇ ਨਾਲ, ਤੇ ਉਹਨਾਂ ਦੇ ਸਬੰਧ ਜਿਹੜੇ ਆ ਪੂਰੀ ਤਰ੍ਹਾਂ ਜਿਹੜਾ ਕਹਿ ਲਓ ਕਿ ਨਿੰਬੂ ਨਿਚੋੜਿਆ ਜਾਣਾ, ਇੰਨੀ ਖਟਾਸ ਪੈ ਜਾਣੀ ਵਿੱਚ, ਤੇ ਉਹ ਟੁੱਟਣ ਦੇ ਕਿਨਾਰੇ। ਜਿਹਦੀ ਬਹੁਤ ਸਾਰੇ ਉਡੀਕ ਆ ਲੀਡਰਾਂ ਨੂੰ, ਜਿਵੇਂ ਸਿੱਧੂ ਸਾਹਿਬ ਨੂੰ ਵੀ ਇਸ ਚੀਜ਼ ਦੀ ਬਹੁਤ ਉਡੀਕ ਆ। ਉਹਨਾਂ ਨੇ ਤੇ ਬਿਆਨ ਵੀ ਦਿੱਤਾ ਹੋਇਆ ਸੀ ਕਿ ਇਹਨਾਂ ਦਾ ਜੇ ਨਾਤਾ ਟੁੱਟ ਜਾਵੇ ਤੇ ਮੈਂ ਆ ਜਾਵਾਂਗਾ। ਤੇ ਸ਼ਾਇਦ ਇਹੋ ਹੀ ਕਾਰਨ ਵੀ ਹੈ ਕਿ ਉਹ ਵੀ ਬੜਾ ਪੈਰਲਲ ਖੇਡ ਰਹੇ ਨੇ, ਕੁਝ ਬੋਲ ਨਹੀਂ ਰਹੇ ਇਸ ਮਸਲੇ ਤੇ ਕਿ ਕੀ ਉਹਨਾਂ ਨੇ। ਇਹ ਤਾਂ ਵੱਡੀ ਗੱਲ, ਇਹ ਤਾਂ ਗੁਸਤਾਖ ਜੀ ਵੱਡੀ ਗੱਲ ਕਹਿ ਰਹੇ ਨੇ ਜੀ। ਤੁਸੀਂ ਉਹੀ ਉਸ ਸਿੱਧੂ ਸਾਹਿਬ ਦੀ ਗੱਲ ਕਰ ਰਹੇ ਜਿਹਨੂੰ ਜਦੋਂ ਅਸੀਂ ਇਹਨਾਂ ਕਿਸਾਨਾਂ ਨੇ ਜਿਹੜੇ ਸੜਕਾਂ ਤੇ ਰੁਲ ਰਹੇ ਨੇ, ਇਹਨਾਂ ਕਿਸਾਨਾਂ ਨੇ ਜਿਨ੍ਹਾਂ ਨੇ ਸਟਾਰ ਬਣਾਇਆ ਸੀ ਤੇ ਉਹਨੂੰ ਡਿਫਰੈਂਟ ਲੀਡਰ ਮੰਨਦੇ, ਤੁਸੀਂ ਉਹਨਾਂ ਬਾਰੇ ਇੱਕ ਵੱਡੀ ਗੱਲ ਕਹਿ ਰਹੇ ਹੋ। ਬਿਲਕੁਲ ਜੀ, ਇਹ ਸੱਚੀ ਗੱਲ ਹੈ। ਜੇ ਤੇ ਇਸ ਵੇਲੇ ਇੱਕ ਪਾਸਾ ਕਰਨਾ ਪੈਣਾ ਕਿਸੇ ਵੀ ਸਿਆਸਤਦਾਨ ਨੂੰ, ਭਾਵੇਂ ਤੁਸੀਂ ਅਕਾਲੀ ਦਲ ਦਾ ਕਹਿ ਲਓ, ਕਾਂਗਰਸ ਦਾ ਲੀਡਰ ਹੈ ਕੋਈ, ਭਾਵੇਂ ਕੋਈ ਆਪ ਦਾ ਲੀਡਰ ਹੈ, ਉਹਨੂੰ ਇੱਕ ਪਾਸਾ ਕਰਨਾ ਪੈਣਾ। ਇਹ ਨਹੀਂ ਕਹਿ ਸਕਦੇ ਤੁਸੀਂ ਕਿ ਜਿਵੇਂ ਗੋਲਮੋਲ ਦੀ ਗੱਲ ਕਹਿ ਦਿਓ ਕਿ ਅਸੀਂ, ਜਿਵੇਂ ਸਿੱਧੂ ਸਾਹਿਬ ਨੇ ਸਟੇਟਸ ਪਾਇਆ ਆਪਣਾ, ਉਹ ਜਿਹੜਾ ਟਵਿੱਟਰ ਦੇ ਉੱਪਰ ਉਹਨਾਂ ਨੇ ਲਿਖਿਆ ਆ, ਉਹ ਤੋਂ ਤੁਸੀਂ ਇੱਕੋ ਜਿਹੀ ਨਹੀਂ ਜਾਣਦੇ ਕਿ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਨੇ ਜਾਂ ਸਰਕਾਰ ਦੇ ਹੱਕ ਦੀ। ਉਹ ਕਹਿੰਦੇ ਜੀ ਕਿਸਾਨੀ ਦੀ ਗੱਲ ਕਰ ਰਹੇ ਆ, ਕਿਸਾਨੀ ਦੀ। ਤੇ ਫਿਰ ਵੇਖੋ ਨਰਿੰਦਰ ਮੋਦੀ ਹੋਰੀ ਵੀ ਇਹੋ ਹੀ ਗੱਲ ਕਰ ਰਹੇ ਨੇ ਕਿ ਮੈਂ ਤੇ ਕਿਸਾਨੀ ਦੇ ਭਲੇ ਦੀ ਗੱਲ ਕਰ ਰਿਹਾ ਹੁਣ। ਪਰ ਕਿਸਾਨੀ ਦੇ ਭਲੇ ਦੇ ਕਿਹੜੇ ਪਾਸੇ ਦੀ ਗੱਲ ਕਰ ਰਹੇ ਹੋ? ਸਿੱਧੂ ਸਾਹਿਬ ਨੂੰ ਸਟੈਂਡ ਲੈਣਾ ਪੈਣਾ, ਪਰ ਉਹ ਸਟੈਂਡ ਲੈਣਾ ਨਹੀਂ ਚਾਹੁੰਦੇ। ਜਿਵੇਂ ਕਿ ਅਕਾਲੀ ਦਲ ਨਹੀਂ ਸਟੈਂਡ ਲੈਣਾ ਚਾਹੁੰਦਾ, ਸਿੱਧੇ ਸ਼ਬਦਾਂ 'ਚ ਨਹੀਂ ਕਹਿਣਾ ਚਾਹੁੰਦਾ ਕਿ ਅਸੀਂ ਕਹਿੰਦੇ ਹਾਂ ਕਿ ਇਹ ਬਿੱਲ ਜਿਹੜਾ ਉਹ ਕਿਸਾਨ ਵਿਰੋਧੀ ਆ, ਉਹ ਵੀ ਨਹੀਂ ਕਹਿਣਾ ਚਾਹੁੰਦੇ। ਉਹ ਕਹਿੰਦੇ ਅਸੀਂ ਤੇ ਕਹਿੰਦੇ ਹਾਂ ਕਿ ਇਹ ਵਧੀਆ ਆ। ਮੋਦੀ ਦਾ ਡਰ ਨਹੀਂ ਸਮਝ ਆਏਗੀ। ਨਰਿੰਦਰ ਮੋਦੀ ਦਾ ਡਰ ਰੀਜਨਲ ਪਾਰਟੀਆਂ ਤੇ ਇੰਨਾ ਵੱਡਾ ਹੈ। ਜਦੋਂ ਖੇਤਰੀ ਪਾਰਟੀ ਹੁੰਦੀ ਹੈ ਨਾ, ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਦੇ ਤੌਰ ਤੇ ਲੋਕਾਂ ਨੇ ਤਾਂ ਪਿਆਰ ਦਿੱਤਾ ਸੀ ਵੀ ਸਾਡੇ ਪੰਥ ਲਈ ਖੜਦੀ ਹੈ, ਤੇ ਪੰਥ ਕਿੱਤਾ ਉਹ ਸਾਡਾ ਕਿਸਾਨੀ ਦੇ ਨਾਲ ਜੁੜਦਾ। ਕਹਿੰਦੇ ਹੁੰਦੇ ਜੇ ਤੁਹਾਡੇ ਢਿੱਡ 'ਚ ਕੁਝ ਰੋਟੀ ਖਾਣ ਨੂੰ ਜਾਂਦੀ ਹੈ ਤਾਂ ਫਿਰ ਹੀ ਤੁਸੀਂ ਕਿਸੇ ਧਰਮ ਦੀ ਗੱਲ ਕਰ ਸਕਦੇ ਹੋ। ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਪਿਆਰ ਇਸ ਕਰਕੇ ਕੀਤਾ ਸੀ ਵੀ ਕਿਸਾਨੀ ਵਾਸਤੇ ਖੜਨ ਵਾਲੀ ਜਿਹੜੀ ਪਾਰਟੀ ਸੀ। ਤੇ ਅੱਜ ਦੇਖੋ ਯੂ ਟਰਨ ਇੰਨੇ ਜ਼ਿਆਦਾ, ਲੱਗਦਾ ਵੀ ਲੀਡਰ ਹੁੰਦੇ ਆ ਇਹ ਖੁਦ ਨੂੰ ਇਹ ਭੁੱਲ ਜਾਂਦੇ ਨੇ ਕਿ ਸਾਨੂੰ ਲੋਕ ਸੁਣਨ ਵਾਲੇ ਵੀ ਹੈਗੇ ਆ। ਇੰਨਾ ਸਮਝ ਲੈਂਦੇ, ਜਿਹੜੇ ਹਿਸਾਬ ਨਾਲ ਤੁਸੀਂ ਐਕਸਪਲੇਨ ਕੀਤਾ ਵੀ ਉਹ ਸਮਝਦੇ ਮੇਰੇ ਲੋਕ ਬੇਅਕਲੇ ਨੇ। ਮੈਨੂੰ ਲੱਗਦਾ ਸੱਚਮੁੱਚ ਹਰਸਿਮਰਤ ਕੌਰ ਬਾਦਲ ਇਹੀ ਸਮਝਦੀ ਹੈ ਕਿ ਸੱਚੀ ਲੋਕ ਬੇਅਕਲ ਨੇ, ਵੀ ਕਿਸੇ ਨੇ ਕਿਹੜਾ ਕੋਈ ਸਮਝ ਆਉਣੀ ਹੈ ਵੀ ਮੈਂ ਕੀ ਕਰ ਗਈ ਜਾਂ ਕੀ ਕਰ ਗਈ। ਹਰ ਯੂ ਟਰਨ ਨੂੰ ਲੋਕ ਫੜ ਰਹੇ ਨੇ, ਲੋਕ ਸਿਆਣੇ ਨੇ ਹੁਣ। ਨਹੀਂ, ਉਹ ਗੱਲ ਜਿਵੇਂ ਆਪਾਂ ਪਿਛਲੀ ਵਾਰ ਵੀ ਇਸ ਮੁੱਦੇ ਤੇ ਗੱਲ ਕੀਤੀ ਸੀ ਕਿ ਜਿਹੜੇ ਲੀਡਰ ਨੇ ਉਹਨਾਂ ਨੇ ਸਮਝਿਆ ਹੋਇਆ ਕਿ ਇਸ ਵੇਲੇ ਲੋਕ ਮੂਰਖ ਨੇ, ਕਿ ਕਿਸੇ ਵੀ ਤਰ੍ਹਾਂ ਦਾ ਤੁਸੀਂ ਬਿਆਨ ਦੇ ਦਿਓ ਔਰ ਅਸੀਂ ਵੋਟਾਂ ਫਿਰ ਵੀ ਲੈ ਲੈਣੀਆਂ। ਪਰ ਇਹ ਦੇਖਿਓ, ਇਹ ਹੈ ਚਿੰਤਾ ਦਾ ਵਿਸ਼ਾ ਆ। ਜਦੋਂ ਵੋਟਾਂ ਆਉਣੀਆਂ ਨਾ,
ਉਦੋਂ ਪਤਾ ਲੱਗਣਾ ਕਿ ਆ ਜਿਹੜਾ ਹੁਣ ਵਿਰੋਧ ਹੋ ਰਿਹਾ ਇਹ ਕਿੰਨੇ ਕੁ ਲੋਕ ਜਿਹੜੇ ਆ ਉਹ ਇੱਕ ਦੂਜੇ ਦੇ ਮੂੰਹ ਨਾਲ ਹੀ ਚੱਲਦੇ ਪਏ ਆ ਤੇ ਕਿੰਨੇ ਕੁ ਲੋਕ ਦਿਲੋਂ ਵਿਰੋਧ ਕਰਦੇ ਪਏ ਆ। ਜਦੋਂ ਇਹਨਾਂ ਨੇ ਲਾਏ ਬੂਥ ਅਕਾਲੀ ਦਲ ਦੇ ਪਿੰਡਾਂ 'ਚ ਉਦੋਂ ਲੱਗਣਾ ਪਤਾ ਕਿ ਉੱਥੇ ਕੀ ਹੋ ਰਿਹਾ। ਹੁਣ ਇਸ ਵੇਲੇ ਤੇ ਕਿਰਪਾਨਾਂ ਵੀ ਭੇਟ ਹੋ ਰਹੀਆਂ ਨੇ ਬੀਬੀ ਨੂੰ, ਉਹ ਭੇਟ ਕਰਨ ਵਾਲੇ ਵੀ ਤਾਂ ਲੋਕ ਇਸੇ ਸਮਾਜ 'ਚ ਮੌਜੂਦ ਨੇ, ਉਹ ਕਿਤੇ ਵੱਖਰੇ ਪਲੈਨਟ ਤੋਂ ਤਾਂ ਨਹੀਂ ਆਏ, ਉਹ ਵੀ ਇਹਨਾਂ ਵਿੱਚ ਹੀ ਰਹਿ ਰਹੇ ਨੇ ਨੀਲੀਆਂ ਪੱਗਾਂ ਵਾਲੇ। ਉਹਨਾਂ ਦੇ ਵੀ ਕੋਈ ਕਿਸੇ ਪਿੰਡ ਦਾ ਕੋਈ ਕਿਸੇ ਪਿੰਡ ਦਾ, ਹਰੇਕ ਪਿੰਡ ਇਹਨਾਂ ਦੇ ਨਾਲ 100 200 200 500 ਬੰਦਾ ਤੇ ਚੱਲਦਾ ਹੀ ਆ। ਜਿਹੜਾ ਆਪਣੇ ਸਿਰ ਦੇ ਉੱਤੇ ਕਹਿ ਲਓ ਕਿ ਜੇ ਕੋਈ ਹਰਸਿਮਰਤ ਬਾਦਲ ਨੂੰ ਜਾਂ ਅਕਾਲੀ ਦਲ ਦੇ ਕਿਸੇ ਮੁਖੀ ਨੂੰ ਮਿਲਣ ਦੀ ਤੁਹਾਨੂੰ ਮੈਨੂੰ ਨਹੀਂ ਮਿਲ ਸਕਦੇ, ਤੁਸੀਂ ਉਸੇ ਬੰਦੇ ਨੂੰ ਕਿਸੇ ਰੈਪੂਟੇਡ ਬੰਦੇ ਨੂੰ ਮਿਲੇਗਾ ਅਕਾਲੀ ਦਲ ਦਾ ਲੀਡਰ। ਤੇ ਜੇ ਕੋਈ ਉਹਨਾਂ ਨੂੰ ਮਿਲਣ ਆਏ ਨੇ 100 ਬੰਦੇ ਤੇ ਉਹਨਾਂ ਮਤਲਬ 100 ਨਹੀਂ ਹੈ, ਉਹਨਾਂ ਦੇ ਮਗਰ 10,000 ਬੰਦਾ ਤੇ ਹੈ ਹੀ ਹੈ। ਬਿਲਕੁਲ ਬਿਲਕੁਲ। ਸੋ ਇਹ ਜਿਹੜੀ ਚੀਜ਼ ਹੈ ਨਾ, ਇਹਦੇ ਤੇ ਸਾਨੂੰ ਵਿਚਾਰ ਕਰਨ ਦੀ ਲੋੜ ਆ ਕਿ ਆਪਣਾ ਰੋਹ ਜਿਹੜਾ ਜੇ ਕਿਸਾਨਾਂ ਨੇ, ਕਿਉਂਕਿ ਮੋਦੀ ਸਰਕਾਰ ਨੇ ਕੋਈ ਵੀ ਬਿੱਲ ਵਾਪਸ ਨਹੀਂ ਲਿਆ ਅਜੇ ਤੱਕ, ਜਿਹੜੇ ਕੀਤੇ ਨੇ ਭਾਵੇਂ 2-2 ਮਹੀਨੇ ਉੱਥੇ ਬੈਠੇ ਰਹੇ ਨੇ। ਜੇ ਇਹਨਾਂ ਨੇ ਇਹ ਕੁਝ ਇੱਥੇ ਚੇਂਜ ਲਿਆਉਣਾ ਤੇ ਇਹ ਕੋਈ ਲੰਮੀ ਲੜਾਈ ਲੜਨੀ ਪੈਣੀ ਆ, ਕੋਈ ਮਹੀਨੇ 2 ਮਹੀਨੇ ਦਾ ਕਾਰਜ ਨਹੀਂ। 2-3 ਮਹੀਨੇ ਤੇ ਬੈਠੇ ਰਹੇ ਨੇ ਅੱਗੇ। ਬਿਲਕੁਲ ਬਿਲਕੁਲ। ਔਰ ਵੈਸੇ ਵੀ ਜਿਹੜਾ ਇਹ ਖਾਸ ਕਰਕੇ ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜਾ ਰੋਹ ਹੁੰਦਾ ਨਾ ਉਹ ਖਾਸ ਕਰਕੇ ਵੋਟਾਂ 'ਚ ਹੀ ਦਿਖਾਉਣਾ ਹੁੰਦਾ ਸੀ। ਉਦੋਂ ਪਤਾ ਲੱਗਦਾ ਵੀ ਜਿਹੜੇ ਲੀਡਰਾਂ ਦੇ ਚਮਚੇ, ਮੈਂ ਤਾਂ ਕਹੂੰਗਾ ਵੀ ਉਹ ਲੋਕਾਂ ਨੂੰ ਕਿਵੇਂ ਭਰਮਾਇਆ ਜਾਂਦਾ ਲੋਕਾਂ ਨੂੰ। ਮੈਂ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ, ਕੱਲ੍ਹ ਜੀ ਅਕਾਲੀ ਦਲ ਹੋਵੇ ਕਾਂਗਰਸ ਦੀ ਹੋਵੇ ਗੱਲ, ਜਿਹੜੇ ਲੀਡਰ ਅੱਜ ਸਾਡੇ ਨਾਲ ਨਹੀਂ ਖੜੇ, ਜਿਵੇਂ ਨਵਜੋਤ ਸਿੰਘ ਸਿੱਧੂ ਦੀ ਗੱਲ ਹੀ ਕਰ ਰਹੇ ਹਾਂ ਜਿਹਨਾਂ ਤੋਂ ਇੰਨੀ ਉਮੀਦ ਹੈ, ਜਿਹੜੇ ਲੀਡਰ ਸਾਡੇ ਨਾਲ ਸੜਕਾਂ ਤੇ ਨਹੀਂ ਆ ਰਹੇ ਚਾਹੇ ਕਾਂਗਰਸ ਦੇ ਨੇ ਉਹ, ਤਾਂ ਉਹਨਾਂ ਨੂੰ ਅਸੀਂ 2022 ਦੇ ਵਿੱਚ ਆਪਣਾ ਕਿੱਤਾ ਜਿਹੜਾ ਮੁੱਖ ਹੈ ਜਿਸ ਨੂੰ ਤਬਾਹ ਕੀਤਾ ਜਾ ਰਿਹਾ ਹੈ, ਉਸ ਮਾਮਲੇ ਦੇ ਵਿੱਚ ਜਿਹੜਾ ਬੰਦਾ ਇੱਥੇ ਨਹੀਂ ਆਇਆ, ਜੇ ਅਸੀਂ ਉਹਨੂੰ ਵੀ ਵੋਟਾਂ ਪਾਵਾਂਗੇ ਸਿਰਫ ਆਪਣੇ 2 ਚੰਦ ਪੈਸਿਆਂ ਦੇ ਪਿੱਛੇ ਜਾਂ ਚੰਦ ਮਤਲਬ ਕਿਸੇ ਦੀ ਉਹ ਸ਼ਰਮ ਹੁੰਦੀ ਹੈ ਜਾਂ ਉਹਦੇ ਪਿੱਛੇ ਜਾਂ ਉਹਦੀ ਲੀਡਰ ਚੌਧਰ ਪਿੱਛੇ, ਤਾਂ ਉਦੋਂ ਪਤਾ ਲੱਗੂਗਾ ਵੀ ਸਾਡਾ ਸੰਘਰਸ਼ ਕਿੰਨਾ ਕੁ ਸੱਚਾ ਸੀ ਤੇ ਕਿੰਨਾ ਕੁ ਸਾਡਾ ਸ਼ੋਅ ਆਫ ਸੀ। ਅੱਛਾ, ਨਰਿੰਦਰ ਮੋਦੀ ਨੇ ਵੀ ਇੱਕ ਹੋਰ ਗੱਲ ਕੀਤੀ ਹੈ ਕੱਲ, ਉਹ ਮਤਲਬ ਇੱਕ ਪੰਜਾਬੀ ਦੇ ਵਿੱਚ ਉਹਨਾਂ ਦਾ ਟਵੀਟ ਕਾਫੀ ਵਾਇਰਲ ਹੋ ਰਿਹਾ, ਟਰਾਂਸਲੇਟ ਕਰਕੇ ਲੋਕਾਂ ਨੇ ਵੀ ਆਮ ਕਿਸਾਨਾਂ ਦਾ ਮਸਲਾ ਲੋਕਾਂ ਨੂੰ ਸਮਝ ਆ ਜੇ, ਤਾਂ ਉਹਦੇ ਵਿੱਚ ਉਹ ਨਰਿੰਦਰ ਮੋਦੀ ਕਹਿ ਰਹੇ ਨੇ, ਮੈਂ ਪਹਿਲਾਂ ਵੀ ਕਿਹਾ ਸੀ ਤੇ ਮੈਂ ਹੁਣ ਵੀ ਕਹਿਣਾ ਵੀ ਜਿਹੜੀ MSP ਹੈ, ਮਿਨੀਮਮ ਸੈਲਿੰਗ ਪ੍ਰਾਈਸ, ਜਿਹੜਾ ਜਿਹਦੇ ਪਿੱਛੇ ਸਭ ਤੋਂ ਵੱਧ ਰੌਲਾ ਪੈ ਰਿਹਾ ਵੀ ਉਹ ਖਤਮ ਨਹੀਂ ਕੀਤਾ ਜਾਊਗਾ। ਮਤਲਬ ਪ੍ਰਾਈਵੇਟਾਈਜੇਸ਼ਨ ਤਾਂ ਹੋ ਰਹੀ, ਚਲੋ ਬਿੱਲ ਤਾਂ ਆ ਗਿਆ, ਪਰ MSP ਐਵੇਂ ਹੀ ਰਹੂਗੀ। ਹੁਣ ਇਸ ਗੱਲ ਤੇ ਵੀ ਲੋਕ ਭਰੋਸਾ ਕਰ ਨਹੀਂ ਰਹੇ, ਕਿਉਂਕਿ ਇਹ ਗੱਲ ਦੇ ਮਾਇਨੇ ਬੜੇ, ਮਤਲਬ ਇਹ ਵੀ ਇੱਕ ਤਰ੍ਹਾਂ ਦਾ ਬੜਾ ਲੋਕਾਂ ਨੂੰ ਬਣਾਉਣ ਵਾਸਤੇ ਇੱਕ ਜੁਮਲਾ ਹੈ। ਮੈਂ ਤਾਂ ਇਸ ਗੱਲ ਤੇ ਹੈਰਾਨ ਹੈ ਕਿ ਲੀਡਰ ਲੋਕਾਂ ਨੂੰ ਸਮਝਣ ਕੀ ਲੱਗ ਗਏ, ਲੀਡਰ ਲੋਕਾਂ ਨੂੰ ਉਹਦੀ ਸਿਆਣੇ ਸਮਝਦੇ ਵੀ ਹਾਂ ਸਿਰਫ ਤੁਸੀਂ ਵੋਟ ਪਾਉਣੀ ਹੈ। ਇਹ MSP ਵਾਲਾ ਮਸਲੇ ਦਾ ਕੀ ਜੁਮਲਾ ਸਾਰਾ? ਮੋਦੀ ਕਹਿੰਦੇ ਨੇ MSP ਖਤਮ ਨਹੀਂ ਹੋਣੀ। ਦੇਖੋ ਜੀ, MSP ਦਾ ਜਿਹੜਾ ਨਾ ਰੌਲਾ, ਇਹ ਦੇਖਣ ਨੂੰ ਬਿਆਨ ਬੜਾ ਸਾਦਾ ਜਿਹਾ ਲੱਗਦਾ, ਪਰ ਤੁਸੀਂ ਇਹ ਗੱਲ ਨੋਟ ਕਰਨ ਵਾਲੀ ਜਿਹੜੀ ਹੈ ਕਿ ਬਿੱਲ ਜਿਹੜਾ ਪਾਸ ਹੋ ਚੁੱਕਾ ਹੈ, ਰਾਜ ਸਭਾ 'ਚ ਵੀ ਪਾਸ ਹੋ ਚੁੱਕਾ ਹੈ, ਔਰ ਰਾਜ ਸਭਾ ਦੇ ਵਿੱਚ BJP ਬਹੁਮਤ 'ਚ ਨਹੀਂ ਹੈ। BJP ਨੇ ਬਹੁਮਤ ਦੇ ਨਾਲ ਰਾਜ ਸਭਾ 'ਚ ਪਾਸ ਨਹੀਂ ਕੀਤਾ, ਉਹਦੇ ਵਿੱਚ ਦੂਸਰੀਆਂ ਪਾਰਟੀਆਂ ਨੇ ਵੀ ਵੋਟਿੰਗ ਕੀਤੀ ਹੈ। ਸੋ ਕੱਲ ਨੂੰ ਮੰਨ ਲਓ, ਪਹਿਲੀ ਗੱਲ 2-3 ਨੁਕਤੇ ਨੇ ਇਹਦੇ। ਪਹਿਲੀ ਗੱਲ, ਜੇ ਉਹ ਕੱਲ ਨੂੰ ਮੁੱਕਰ ਹੀ ਜਾਂਦੇ ਨੇ ਕਿ MSP ਤੋਂ, ਵਿਰੋਧ ਕੌਣ ਕਰੇਗਾ? ਕਿ ਫਿਰ ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਸੰਗਠਿਤ ਹੋ ਸਕਣਗੀਆਂ ਹੁੰਦੀਆਂ। ਇਹ ਕਾਠ ਦੀ ਹਾਂਡੀ ਰੋਜ਼-ਰੋਜ਼ ਨਹੀਂ ਚੜ੍ਹਦੀ ਹੁੰਦੀ। ਇਦਾਂ ਨਹੀਂ ਹੁੰਦਾ ਕਿ ਜਦੋਂ ਮਰਜ਼ੀ ਕਿਸਾਨਾਂ ਨੂੰ ਫੋਨ ਕਰੋਗੇ ਤਾਂ ਉਹਨਾਂ ਨੇ ਵਿਹਲੇ ਬੈਠੇ, ਉਹਨਾਂ ਨੇ ਇਹੋ ਜਿਹਾ ਰੋਹ ਕਦੀ ਇੰਨਾ ਜਿਹੜਾ ਵੱਡਾ ਰੂਪ ਅਖਤਿਆਰ ਕਰਦਾ। ਤੁਸੀਂ ਭਰੋਸਾ ਕਰ ਸਕਦੇ ਹੋ ਨਰਿੰਦਰ ਮੋਦੀ ਤੇ ਜਿਹੜੇ ਕਹਿੰਦੇ ਨੇ ਵੀ MSP ਖਤਮ ਹੋ, ਮਤਲਬ ਨਹੀਂ ਖਤਮ ਹੋਊਗੀ ਜੀ? ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਜੇ ਉਹ ਖਤਮ ਕਰ ਦਿੰਦੇ ਨੇ ਕੱਲ ਨੂੰ, ਹੁਣ ਬਿਆਨ ਦੇ ਕੇ ਬਹੁਤ ਸਾਰੇ ਬਿਆਨਾਂ ਤੋਂ ਮੁੱਕਰਦੇ ਰਹੇ ਨੇ, ਔਰ ਉਹਨਾਂ ਦਾ ਤੇ ਬਹੁਤ ਸਾਰੇ ਬਿਆਨਾਂ ਤੋਂ ਸ਼ਰੇਆਮ ਮੁੱਕਰ ਜਾਂਦੇ ਨੇ। ਉਹ ਕਹਿੰਦੇ ਨੇ ਮੈਂ ਕਿਹਾ ਹੀ ਨਹੀਂ, ਜਿਹੜਾ ਕਿ ਔਨ ਰਿਕਾਰਡ ਵੀਡੀਓ 'ਚ ਪਿਆ ਹੁੰਦਾ, ਉਹਨਾਂ ਦੇ ਮੂੰਹੋਂ ਲਫ਼ਜ਼ ਨਿਕਲੇ ਹੁੰਦੇ ਨੇ, ਉਹ ਫਿਰ ਵੀ ਕਹਿੰਦੇ ਮੈਂ ਤੇ ਕਿਹਾ ਹੀ ਨਹੀਂ। ਤੇ ਨਾ ਉਹਨਾਂ ਤੇ ਕੋਈ ਕੇਸ ਕਰਦਾ, ਨਾ ਕੋਈ ਪਾਰਟੀ ਵਿਰੁੱਧ ਤੁਰਦੀ। ਜੇ ਕੱਲ ਨੂੰ ਵਿਰੋਧ ਕੌਣ ਕਰੇਗਾ? ਅੱਜ ਜੇ ਰਾਜ ਸਭਾ 'ਚ ਪਾਸ ਹੋਇਆ ਤੇ ਦੂਸਰੀਆਂ ਪਾਰਟੀਆਂ ਨੇ ਵੀ ਅੰਦਰ ਖਾਤੇ ਸਾਥ ਦਿੱਤਾ ਤਾਂ ਹੀ ਪਾਸ ਹੋਇਆ, ਕਿਉਂਕਿ ਭਾਜਪਾ ਦੇ ਬਹੁਮਤ 'ਚ ਨਹੀਂ ਹੈ। ਸੋ ਕੱਲ ਨੂੰ ਐਡਾ ਵੱਡਾ ਲੋਕ ਜਿਹੜਾ ਵਿਦਰੋਹ ਆ, ਉਹ ਇਖਤਿਆਰ ਇਸ ਰੂਪ ਦੇ ਵਿੱਚ ਨਹੀਂ ਸਾਹਮਣੇ ਆ ਸਕਦਾ, ਨਾ ਹੀ ਐਡੇ ਵੱਡੇ ਰੂਪ 'ਚ ਵਿਰੋਧ ਹੋਣਾ। ਦੂਸਰੀ ਗੱਲ ਜਿਹੜੀ ਹੈਗੀ ਆ ਕਿ MSP ਦਾ ਮਤਲਬ ਹੈ ਕਿ ਮਿਨੀਮਮ ਸੇਲ ਪ੍ਰਾਈਸ, ਉਹ ਕਿੰਨਾ ਹੋਏਗਾ? ਉਹ ਇਸ ਵੇਲੇ ਜੇ ਮੰਨ ਲਓ 1850 ਆ, ਹੁਣ ਜੇ ਅਗਲੇ ਸਾਲ ਉਹ ਕਹਿੰਦੇ ਜੀ ਅਸੀਂ ਤੇ 600 ਦੇਣਾ, ਉਹ ਕਹਿਣਗੇ ਅਸੀਂ ਤੇ ਮਿਨੀਮਮ ਸੇਲ ਪ੍ਰਾਈਸ ਦੀ ਗੱਲ ਕੀਤੀ ਸੀ, MSP ਦੀ ਗੱਲ ਕੀਤੀ ਸੀ, ਇਹਨੂੰ ਖਤਮ ਨਹੀਂ ਕਰਾਂਗੇ। ਇਹ ਥੋੜੀ ਦੱਸਿਆ ਸੀ ਵੀ 500 ਰੱਖਣਾ ਕਿ 1500 ਰੱਖਣਾ। ਪ੍ਰਾਈਵੇਟ ਲੋਕ ਨੇ ਜਿਹੜੇ, ਜਦੋਂ ਪ੍ਰਾਈਵੇਟਾਈਜੇਸ਼ਨ ਹੋ ਗਈ ਸਾਡੀਆਂ ਫਸਲਾਂ ਦੀ, ਸਾਡੀ ਖੇਤੀਬਾੜੀ ਦੀ, ਸਾਡੇ ਇਸ ਖਿੱਤੇ ਦੀ, ਤਾਂ ਉਦੋਂ ਕੀ ਹੋਣਾ? ਉਦੋਂ ਮੰਨ ਲਓ ਵੀ ਨਰਿੰਦਰ ਮੋਦੀ ਨੇ ਅੱਜ ਟਵੀਟ ਕਰਤਾ, ਦਿਖਾ ਦੇਣਗੇ ਹਾਂ ਵੀ ਅਸੀਂ ਕਿਹਾ ਸੀ MSP ਖਤਮ ਨਹੀਂ ਕਰਨੀ ਤਾਂ ਨਹੀਂ ਕੀਤੀ, ਪਰ
ਕਿਸੇ ਕੋਲੇ ਕੀ ਪ੍ਰੂਫ ਹੈ ਜਾਂ ਕਿਸੇ ਕੋਲੇ ਕੀ ਭਰੋਸਾ ਹੈ ਜਾਂ ਨਰਿੰਦਰ ਮੋਦੀ ਤੇ ਅਸੀਂ ਕਿਵੇਂ ਭਰੋਸਾ ਕਰੀਏ ਵੀ ਜੇਕਰ ਅੱਜ ਸਾਡੀ ਕਣਕ ਦਾ ਰੇਟ 18-1900 ਹੈ, 2000 ਦੇ ਲਗਭਗ ਹੈ, ਤਾਂ ਉਹ ਉਦੋਂ ਵੀ ਇੰਨਾ ਹੀ ਰਹੂਗਾ। ਹੋ ਸਕਦਾ ਉਦੋਂ ਕਹਿ ਦੇਣ ਵੀ 500 MSP ਕਿਹਾ ਸੀ, ਘੱਟ ਤੋਂ ਘੱਟ 500 ਤੋਂ ਘੱਟ ਕੋਈ ਨਹੀਂ ਲਾ ਸਕਦਾ, ਫਿਰ ਤਾਂ ਉਹੀ ਮੌਤ ਵਾਲੀ ਗੱਲ ਹੀ ਹੋ ਗਈ ਨਾ। ਫਿਰ MSP ਵਾਲੇ ਜੁਮਲਿਆਂ ਦੇ ਵਿੱਚ ਮੈਨੂੰ ਲੱਗਦਾ ਗੁਸਤਾਖ ਜੀ ਸਾਡੇ ਕਿਸਾਨਾਂ ਨੂੰ ਜਿਹੜਾ ਐਡਾ ਤਕੜਾ ਸੰਘਰਸ਼ ਵਿੱਢਿਆ ਹੋਇਆ, ਇਹਨਾਂ ਨੂੰ ਇਹ ਜੁਮਲਿਆਂ ਦੇ ਵਿੱਚ ਨਹੀਂ ਆਉਣਾ ਚਾਹੀਦਾ। ਇਹ ਰੋਕਣ ਦੀ ਸਾਜ਼ਿਸ਼ ਹੀ ਨਹੀਂ ਮਿਲਦਾ ਲੱਗਦਾ। ਦੇਖੋ ਜੀ, ਜਿਹੜਾ ਡਾਕੂਮੈਂਟਡ ਕੰਮ ਹੈ ਨਾ ਸਰਕਾਰ ਦਾ, ਇਹ ਇਸੇ ਕਰਕੇ ਹੀ ਜਿਹੜਾ ਆਮ ਲੋਕਤੰਤਰ ਦੇ ਵਿੱਚ ਜਿਹੜੀ ਹਰ ਇੱਕ ਨਿਆਂ ਦਾ ਸਿਸਟਮ ਜਿਹੜਾ ਉਹ ਵੀ ਬੜਾ ਲੰਬਾ ਚੱਲਦਾ, ਕਿਉਂਕਿ ਜਿਹੜੇ ਡਾਕੂਮੈਂਟਸ ਦੇ ਵਿੱਚ ਜਿਹੜੀਆਂ ਟਰਮ ਐਂਡ ਕੰਡੀਸ਼ਨ ਪਾਰਟੀਆਂ ਜਾਂਦੀਆਂ ਨੇ, ਇਹਨਾਂ ਦੀ ਲੜਾਈ ਬੜੀ ਲੰਮੀ ਆ। ਕੱਲ ਨੂੰ ਤੁਸੀਂ ਕੋਈ ਬੰਦੇ 10 ਬੰਦੇ ਇਕੱਠੇ ਹੋ ਕੇ ਕੇਸ ਵੀ ਕਰ ਦਿੰਦੇ ਆ, ਉਹਦੀ ਲੜਾਈ ਬੜੀ ਲੰਬੀ ਆ ਕਿ MSP ਦੀ ਪਰਿਭਾਸ਼ਾ ਕੀ ਸੀ। ਉੱਥੇ ਵੀ ਅੱਗੇ ਵੱਡੇ ਵੱਡੇ ਜੇਠਮਲਾਨੀ ਵਰਗੇ ਵਕੀਲ ਬੈਠੇ ਨੇ, ਉਹਨਾਂ ਨੇ ਕਹਿਣਾ ਜੀ ਇਹਦੀ ਪਰਿਭਾਸ਼ਾ ਹੀ ਇੰਝ ਆ ਜਿਵੇਂ ਜੋ ਉਹਨਾਂ ਨੂੰ ਲਾਭ ਦਿਖਦਾ ਹੋਇਆ ਜਿਸ ਵੀ ਚੀਜ਼ ਦੇ ਵਿੱਚੋਂ, ਉਸੇ ਤਰ੍ਹਾਂ ਦੀ ਪਰਿਭਾਸ਼ਾ ਉਹਨਾਂ ਕੱਢ ਕੇ ਤੁਹਾਡੇ ਸਾਹਮਣੇ ਰੱਖਣੀ ਆ। ਤੇ ਹੋ ਸਕਦਾ 20 ਸਾਲ ਬਾਅਦ 30 ਸਾਲ ਬਾਅਦ ਇੱਥੇ ਤੇ ਐਡੇ ਐਡੇ ਲੰਬੇ ਕੇਸ ਚੱਲਦੇ ਨੇ। ਚਲੋ ਇਹ ਮਸਲਾ ਜਿਹੜਾ MSP ਦਾ ਹੈਗਾ ਆ, ਇਹ ਬੜਾ ਖਤਰਨਾਕ ਵਿਸ਼ਾ ਹੈ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਇਹਦੀ ਕੋਈ ਗਰੰਟੀ ਨਹੀਂ ਹੈ ਕਿ ਕਿੰਨਾ ਹੋਣਾ। ਇਸ ਤੋਂ ਇਲਾਵਾ ਜਿਹੜੀ ਦੀ ਸਪੋਰਟ ਲਈ ਕੰਮ ਚੱਲ ਰਹੇ ਨੇ ਕਿ ਅਣਜਾਣ ਬੰਦੇ ਜਿਹੜੇ ਨੇ, ਦਲੇਰ ਮਹਿੰਦੀ ਵਰਗੇ, ਆਪਣਾ ਹੰਸਰਾਜ ਵਰਗੇ, ਜਿਨ੍ਹਾਂ ਸਾਰੀ ਉਮਰ ਗਾਇਆ, ਉਹ ਵੀ ਅੱਜ ਮੁੱਠੀਆਂ 'ਚ ਫੜ ਕੇ ਅਨਾਜ ਔਰ ਸਰੋਂ ਫੜ ਕੇ ਕਹਿੰਦੇ ਜੀ ਮੈਂ ਵੀ ਕਿਸਾਨ ਹੂੰ। ਕਹਿੰਦੇ ਨੇ ਸਰ ਅਸੀਂ ਕਮਰੇ ਦੇ ਵਿੱਚ ਇੰਨੀ ਕਣਕ ਉਗਾਤਾ ਹੂੰ, ਮੈਂ ਇੰਨਾ ਗੇਹੂੰ ਉਗਾਤਾ ਹੂੰ। ਉਹ ਕੌਣ ਕਿਸਾਨ ਨੇ ਜੀ? ਉਹ ਕਿਸਾਨੀ ਦੀ ਅਸਲੀ ਦੁੱਖ ਦਰਦ ਕਿਵੇਂ ਜਾਣਦੇ ਹੋਣਗੇ? ਤੇ ਉਹ ਸਭ ਤੋਂ ਵੱਡੀ ਗੱਲ ਵੀ ਇੰਨਾ ਸੈਂਸਿਟਿਵ ਮੁੱਦੇ ਤੇ ਤੁਸੀਂ ਪਬਲਿਕ ਫਿਗਰ ਹੋ ਕੇ ਐਡੇ ਐਡੇ ਬਿਆਨ ਕਿਵੇਂ ਦੇ ਸਕਦੇ ਹੋ ਵੀ ਨਹੀਂ ਜੀ ਬਿੱਲ ਤਾਂ ਬਹੁਤ ਵਧੀਆ। ਦੇਖੋ, ਇਹਦਾ ਸਾਹਮਣੇ ਰੂਪ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਸਾਦਾ ਜਿਹੜਾ ਨਾ ਕਿਸੇ ਵੀ ਸ਼ਹਿਰੀ ਬੰਦੇ ਨੂੰ, ਜਿਹਨੇ ਕਦੀ ਖੇਤੀ ਨਹੀਂ ਕੀਤੀ, ਜਿਹਦਾ ਕਦੀ ਵਾਹ ਨਹੀਂ ਪਿਆ ਮੰਡੀਆਂ ਦੇ ਨਾਲ, ਜਿਹਨੂੰ ਪਤਾ ਨਹੀਂ ਕਿ ਕਣਕ ਦਾ ਰੁੱਖ ਹੁੰਦਾ ਕਿ ਕਣਕ ਦਾ ਬੂਟਾ ਹੁੰਦਾ, ਉਹਨਾਂ ਨੂੰ ਤੁਸੀਂ ਕਹੋਗੇ ਨਾ ਕਿ ਬਈ ਇਹ ਬਿੱਲ ਜਿਹੜਾ ਆ ਇਹਦੇ ਹਿਸਾਬ ਨਾਲ ਕਿਸਾਨ ਨੂੰ ਆਜ਼ਾਦੀ ਹੈ ਕਿ ਉਹ ਕਿਤੇ ਵੀ ਆਪਣੀ ਫਸਲ ਵੇਚ ਲੈ। ਇਹ ਸਿੱਧੀ ਗੱਲ ਬੜੀ ਪਿਆਰੀ ਜੀ ਲੱਗਦੀ ਹੈ ਸੁਣਨ ਨੂੰ ਕਿ ਬਈ ਕਿਸਾਨ ਨੂੰ ਆਜ਼ਾਦ ਕਰਤਾ। ਅੱਗੇ ਤੇ ਬੰਦਿਸ਼ ਸੀਗੀ ਵੀ ਇੱਥੇ ਕਰਨਾ, ਹੁਣ ਉਹ ਜਿੱਥੇ ਮਰਜ਼ੀ ਵੇਚ ਲਵੇ। ਪਰ ਇਹ ਜਿਹੜੀ ਗੱਲ ਹੈ ਨਾ, ਇਹਦੇ ਨਾਲ ਮੈਨੂੰ ਇੱਕ ਨਾਲ ਛੋਟੀ ਜਿਹੀ ਗੱਲ ਯਾਦ ਆ। ਉਹ ਇੰਨੀ ਗੱਲ ਤੇ ਖੁਸ਼ ਹੋ ਜਾਂਦੇ ਜਿਹਨਾਂ ਨੂੰ ਨਹੀਂ ਪਤਾ ਬਸ ਵੀ ਹਾਂ ਕਿਸਾਨ ਆਜ਼ਾਦ ਹੋ ਗਿਆ, ਕਿਉਂਕਿ ਸਮਝ ਨਹੀਂ ਨਾ ਹੈਗੀ ਉਹਨਾਂ ਨੂੰ ਕਿ ਕਿਸਾਨੀ ਹੈ ਕਿ। ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆ ਰਹੀ ਹੈ। ਕਹਿੰਦੇ ਕੋਈ ਨਾ ਪੁਰਾਣਾ ਜ਼ਿਮੀਂਦਾਰ ਸੀਗਾ, ਉਹਦੇ ਜ਼ਿਮੀਂਦਾਰ ਦੇ 2 ਪੁੱਤਰ ਸੀਗੇ, ਦੋਵੇਂ ਅਮਲੀ ਸੀ। ਉਹ ਖੇਤੀ ਕਰਦੇ ਨਹੀਂ ਸੀ, ਵਿਹਲੇ ਰਹਿੰਦੇ ਸੀ। ਚਲੋ ਜ਼ਿਮੀਂਦਾਰ ਜਿੰਨਾ ਚਿਰ ਜਿਉਂਦਾ ਸੀ ਖੇਤੀ ਕਰਦਾ ਰਿਹਾ। ਸਮੇਂ ਨਾਲ ਇੱਕ ਦਿਨ ਉਹਦੀ ਮੌਤ ਹੋ ਗਈ ਹੈ ਜ਼ਿਮੀਂਦਾਰ ਦੀ, ਤੇ ਕਿਸਾਨੀ ਜਿਹੜੀ ਆ ਉਹ ਆ ਜਾਂਦੀ ਆ ਦੋਵਾਂ ਅਮਲੀਆਂ ਦੇ ਸਿਰ ਤੇ। ਹੁਣ ਉਹਨਾਂ ਨੇ ਕੋਈ ਫਸਲ ਕਦੀ ਵਾਹੀ ਨਹੀਂ, ਕੰਮ ਕਦੀ ਕੀਤਾ ਨਹੀਂ। ਉਹ ਕੀ ਕਰਦੇ, 4-5 ਕਿੱਲੇ ਜਿਹੜੀ ਪਿੰਡੋਂ ਬਾਹਰ ਉਹਨਾਂ ਦੀ ਪੈਲੀ ਆ ਉੱਦਾਂ ਹੀ ਖਾਲੀ ਰਹਿਣ ਦਿੰਦੇ। ਤੇ ਹੁੰਦਾ ਕੀ ਆ ਕਿ ਸਰਕਾਰੀ ਅਹਿਲਕਾਰ ਆਉਂਦਾ ਜਿਹੜਾ ਉਹ ਲਿਖਣਾ ਹੁੰਦਾ ਹੈ ਕਿ ਕਿੰਨੀ ਫਸਲ ਬੀਜੀ ਆ, ਕੀ ਲਾਇਆ। ਉਹ ਜਦੋਂ ਆ ਕੇ ਉਹਨੇ ਪੁੱਛਿਆ ਬਈ ਅਮਲੀਓ ਤੁਸੀਂ ਇਹਨਾਂ 4-5 ਕਿੱਲੇ ਜਿਹੜੇ ਤੁਹਾਡੀ ਜ਼ਮੀਨ ਖਾਲੀ ਛੱਡੀ, ਇਹ 'ਚ ਕੀ ਲਾਇਆ? ਕੁਝ ਲਾਇਆ ਨਹੀਂ। ਤੇ ਉਹ ਅਮਲੀ ਨਸ਼ੇ 'ਚ ਬੈਠੇ ਸੀ, ਕਹਿੰਦੇ ਜੀ ਅਸੀਂ ਘੋੜੇ ਲਾਏ ਆ। ਹੁਣ ਜਿਹੜਾ ਅਹਿਲਕਾਰ ਆ ਉਹ ਵੀ ਇਹੋ ਜਿਹੇ ਕੋਈ ਸ਼ਹਿਰੀ ਜਿਹੜੇ ਅੱਜ ਕੱਲ੍ਹ ਦੇ ਮੋਦੀ ਭਗਤ ਨੇ, ਉਹ ਜਦੋਂ ਜੰਗ ਲੱਗਦੀ ਆ ਉਦੋਂ ਬਣ ਜਾਂਦੇ ਨੇ। ਉਹ ਕਹਿੰਦੇ ਕਿ ਅਸੀਂ ਕਮਾਂਡਰ ਆ, ਜਦੋਂ ਕਿਤੇ GST ਲੱਗਦੀ ਉਦੋਂ ਕਹਿੰਦੇ ਅਸੀਂ ਅਰਥ ਸ਼ਾਸਤਰੀ ਆ। ਹਾਂਜੀ, ਤੇ ਉਹ ਅੱਜ ਕੱਲ੍ਹ ਜਿਹੜੇ ਉਹ ਕਿਸਾਨ ਵਿਸ਼ੇਸ਼ੱਗ ਬਣੇ ਹੋਏ ਨੇ, ਉਹਨਾਂ ਨੇ ਕਦੀ ਖੇਤੀ ਕੀਤੀ ਨਹੀਂ। ਉਹੋ ਜਿਹਾ ਕੋਈ ਅਹਿਲਕਾਰ ਸੀ। ਉਹ ਅਹਿਲਕਾਰ ਨੇ ਕੀ ਕੀਤਾ ਕਿ ਕਹਿੰਦਾ ਵੀ ਜੇ ਉਹ ਕਹਿੰਦੇ ਕਿ ਘੋੜੇ ਕਿਵੇਂ ਉਗ ਸਕਦੇ ਜੀ? ਅਹਿਲਕਾਰ ਨੇ ਕਿਹਾ ਘੋੜੇ ਉਗ ਸਕਦੇ ਆ। ਅਮਲੀ ਕਹਿੰਦਾ ਭਾਜੀ ਤੁਸੀਂ ਕਦੀ ਕਿਸਾਨੀ ਕੀਤੀ ਆ, ਖੇਤੀ ਕੀਤੀ ਕਦੀ? ਅਹਿਲਕਾਰ ਨੂੰ ਅੰਦਰ ਹੀ ਅੰਦਰ ਬੜੀ ਸ਼ਰਮ ਮਹਿਸੂਸ ਹੋਈ ਕਿ ਜਿਵੇਂ ਮੈਂ ਇਹ ਦੱਸ ਦਿੱਤਾ ਕਿ ਇਹਨਾਂ ਨਾਲ ਬਹਿਸਿਆ ਤੇ ਇਹਨਾਂ ਉਸੇ 4 ਬੰਦੇ ਇਕੱਠੇ ਕਰਕੇ ਮੇਰੀ ਬੇਇੱਜ਼ਤੀ ਕਰਨ ਕਿ ਇਹਨੂੰ ਇੰਨਾ ਵੀ ਨਹੀਂ ਪਤਾ ਵੀ ਘੋੜੇ ਉੱਗਦੇ ਹੁੰਦੇ ਆ। ਉਹਨੇ ਕੀ ਕੀਤਾ, ਲਿਖ ਦਿੱਤਾ ਕਾਗਜ਼ 'ਤੇ ਕਿ ਘੋੜੇ ਬੀਜੇ। ਉਹੀ ਹਾਲ ਕਿ ਘੋੜੇ ਬੀਜੇ ਹੋਏ ਨੇ। ਔਰ ਬਾਅਦ ਚੋਂ ਕੀ ਹੋਇਆ ਕਿ ਸਮੇਂ ਨਾਲ ਉੱਥੇ ਘਾਹ ਖੜਿਆ, ਮੀਂਹ 2-3 ਬਾਰਿਸ਼ਾਂ ਪਈਆਂ, ਖੁੱਲੀ ਜ਼ਮੀਨ ਸੀ, ਘਾਹ ਉੱਗ ਗਿਆ। ਤੇ ਰਸਤੇ 'ਚੋਂ ਕੋਈ ਘੋੜੇ ਦਾ ਵਪਾਰੀ ਲੰਘ ਰਿਹਾ ਸੀ ਘੋੜਿਆਂ ਦਾ, ਉਹਨੇ ਦੇਖਿਆ ਕਿ ਘਾਹ ਖੁੱਲ੍ਹਾ ਆ, ਤਾਂ ਉਹਨੇ ਘੋੜੇ ਛੱਡ ਦਿੱਤੇ ਕਿ ਘੋੜੇ ਘਾਹ ਖਾ ਲੈਣਗੇ। ਤੇ ਅਮਲੀ ਜਿਹੜੇ ਨੇ ਉਹਨਾਂ ਨੇ ਸ਼ਾਮ ਨੂੰ ਜਦੋਂ ਲੰਘੇ ਉੱਥੋਂ, ਤਾਂ ਉਹਨਾਂ ਨੇ ਦੇਖਿਆ ਕਿ ਘੋੜੇ ਘਾਹ ਚੱਲ ਰਹੇ ਨੇ। ਅਮਲੀਆਂ ਨੇ ਨਸ਼ੇ ਦੇ ਵਿੱਚ ਹੀ ਰੌਲਾ ਪਾ ਦਿੱਤਾ ਕਿ ਸਾਡੇ ਘੋੜੇ ਉਗਾਏ ਜੀ, ਸਾਡੇ ਘੋੜੇ ਉਗਾਏ ਆ। ਪਰ ਉਹਨਾਂ ਨੇ ਕੀਤਾ ਕਿ ਘੋੜੇ ਜਿਹੜੇ ਆ ਉਹ ਬੰਨ੍ਹ ਕੇ ਆਪਣੇ ਘਰੇ ਲਾ ਲਏ, ਘਰੇ ਰੱਖ ਲਏ ਘੋੜੇ। ਤੇ ਉਧਰੋਂ ਵਪਾਰੀ ਰੌਲਾ ਪਾਵੇ ਕਿ ਘੋੜੇ ਮੇਰੇ ਨੇ, ਅਮਲੀ ਆਖਣ ਵੀ ਅਸੀਂ ਬੀਜੇ ਸੀ, ਸਾਡੇ ਨੇ। ਉਹ ਮਾਮਲਾ ਚਲਾ ਗਿਆ ਰਾਜੇ ਕੋਲ। ਤੇ ਦੇਖੋ ਜੀ, ਰਾਜਾ ਵੀ ਸਾਡੇ ਕਿਹਦਾ ਨਾਂ ਲਈਏ, ਇਹ ਰਾਜਾ ਸ਼ਬਦ ਨੂੰ ਸਮਝਿਓ ਕਿ ਰਾਜਾ ਜਿਹੜਾ ਬੜੀ ਥਾਂ ਢੁਕਵਾਂ ਆ। ਇਹ ਪੰਜਾਬ 'ਚ ਵੀ ਢੁਕਵਾਂ, ਹਿੰਦੁਸਤਾਨ 'ਚ ਵੀ ਢੁਕਵਾਂ ਆ।
ਔਰ ਰਾਜੇ ਨੂੰ ਵੀ, ਰਾਜਾ ਵੀ ਅਣਭੋਲ, ਰਾਜਾ ਹੁਣ ਆਖੇ ਕਿ ਜੇ ਮੈਂ ਇਹਨਾਂ ਨੂੰ ਕਹਾਂ ਕਿ ਵੀ ਘੋੜੇ ਤੇ ਉੱਗ ਨਹੀਂ ਸਕਦੇ, ਤੇ ਕਿਸਾਨੀ ਕੀਤੀ ਹੋਵੇ, ਪਸ਼ੂ ਪਾਲਣ ਕਦੀ ਕੀਤਾ ਹੋਵੇ, ਪਤਾ ਹੋਵੇ ਫੇਰ ਹੀ ਆ। ਉਹ ਵੀ ਚੌਪਟ ਰਾਜਾ, ਅੰਧੇਰ ਨਗਰੀ ਤੇ ਚੌਪਟ ਰਾਜਾ, ਉਹ ਵੀ ਕਹਿੰਦਾ ਜੀ ਮੈਂ ਇਹਦਾ ਫੈਸਲਾ ਨਹੀਂ ਕਰ ਸਕਦਾ, ਪਹਿਲਾਂ ਡੈਰੀ ਕੱਢ ਕੇ ਲਿਆਓ, ਪਤਾ ਕਰੋ ਵੀ ਉਹਨੇ ਬੀਜਿਆ ਕੀ ਸੀ। ਬਿਲਕੁਲ। ਜਦੋਂ ਡੈਰੀ ਕੱਢ ਕੇ ਲਿਆਂਦੀ, ਐਹਲਕਾਰ ਕਹਿੰਦਾ ਜੀ ਦੇਖੋ ਜੀ ਪਤਾ ਤਾਂ ਮੈਨੂੰ ਵੀ ਕੁਝ ਨਹੀਂ ਆ ਕੀ ਆ, ਪਰ ਲਿਖਿਆ ਤੇ ਇੱਥੇ ਹੋਈ ਆ ਕਿ ਘੋੜੇ ਬੀਜੇ ਸੀ। ਸੋ ਘੋੜੇ ਹੀ ਬੀਜੇ ਸੀ, ਤੇ ਘੋੜੇ ਹੀ ਉਹ ਜਿਹੜੇ ਕਹਿੰਦੇ ਜੀ ਫੈਸਲਾ ਇਹ ਹੋ ਗਿਆ ਜੀ ਅਮਲੀਆਂ ਦੇ ਘੋੜੇ ਨੇ ਵਪਾਰੀ ਜਾਵੇ ਕੰਧ 'ਚ ਮਾਰੇ ਟੱਕਰਾਂ। ਸੋ ਜਿਹੜੇ ਲੋਕਾਂ ਨੇ ਕਦੀ ਖੇਤੀ ਕੀਤੀ ਨਹੀਂ, ਉਹਨਾਂ ਨੂੰ ਪਤਾ ਨਹੀਂ ਹੈ ਕਿ ਖੇਤੀ ਦਾ ਮਸਲਾ ਕਿਵੇਂ ਆ, ਕਿਵੇਂ ਫਸਲ ਕੱਟਦੀ ਆ, ਕਿਵੇਂ ਇਹ ਵਿਕਦੀ ਆ, ਆੜ੍ਹਤੀਏ ਦਾ ਕੀ ਰੋਲ ਆ। ਹੁਣ ਤੁਸੀਂ ਇਹ ਕਹਿ ਰਹੇ ਜੇ ਕਿ ਉਹ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦਿੰਦੇ, ਹੁਣ ਤੁਸੀਂ ਆੜ੍ਹਤੀਏ ਦੇ ਨਾਲ ਤੁਹਾਡਾ ਵਿਹਾਰ ਬਣਿਆ, ਕੋਈ ਵਿਆਹ ਆ, ਕੋਈ ਸ਼ਾਦੀ ਆ, ਤੁਸੀਂ ਆਪਣੇ ਬੱਚੇ ਨੂੰ, ਬੇਟੇ ਨੂੰ ਕਹਿੰਦੇ ਜੇ, ਭਰਾ ਨੂੰ ਕਹਿੰਦੇ ਯਾਰ ਜਾ ਕੇ ਉੱਥੇ ਮੇਰੀ ਇੱਕ ਗੱਲ ਕਰਾ ਦੇ। ਬਿਲਕੁਲ ਬਿਲਕੁਲ ਜੀ, ਪੈਸੇ ਲੈ ਜਾ ਕੇ, ਪੈਸੇ ਲਿਆਈ, ਉੱਥੇ ਜਾ ਕੇ ਕਹਿ ਦੇ ਕਿ ਗੁਰਨਾਮ ਨੇ ਕੀਤਾ, ਗੁਰਨਾਮ ਨਾਲ ਗੱਲ ਕਰ ਲਓ, ਭਾਈ ਉਹਨਾਂ ਨਾਲ ਗੱਲ ਕਰ ਲਓ। ਮੈਂ ਫੋਨ ਤੇ ਕਹੂੰਗਾ ਹਾਂ ਵੀ ਆਪਣਾ ਰਮੇਸ਼ ਕੁਮਾਰ ਯਾਰ 5 ਲੱਖ ਰੁਪਇਆ ਚਾਹੀਦਾ, ਕੋਈ ਨਹੀਂ ਲਿਖ ਲਈ, ਜੋ ਲਿਖਣਾ ਕਰ ਲਾਂਗੇ ਆਪਾਂ, ਯਾਰ ਕੁੜੀ ਦਾ ਵਿਆਹ ਆ, ਤੈਨੂੰ ਪਤਾ ਵਿਆਹ 'ਤੇ ਲੋੜ ਆ। ਹੁਣ ਐਦਾਂ ਕੋਈ ਅੰਬਾਨੀ ਕਰ ਦੂ ਤੁਹਾਡੇ ਵਾਸਤੇ, ਕੋਈ ਪ੍ਰਾਈਵੇਟ ਅਦਾਰਾ ਕਰ ਦੂ ਕਿ ਤੁਸੀਂ ਫੋਨ ਮਾਰੋ ਤੇ ਤੁਹਾਨੂੰ ਉਹਨਾਂ ਕਾਗਜ਼ੀ ਚੱਕਰਾਂ 'ਚ ਪਾਉਣਾ ਵੀ ਲੋਨ ਲਓ, ਅਪਲਾਈ ਕਰੋ, ਗਾਰੰਟੀ ਰੱਖੋ, ਖੇਤਾਂ ਦੀ ਰੱਖੋ। ਕੋਈ ਐਂ ਕਹਿ ਦੂਗਾ ਵੀ ਹਾਂ ਵੀ ਜਾ ਕਰੀ ਅੰਬਾਨੀ ਨੂੰ ਫੋਨ ਵੀ ਆ, ਮੁੰਡੇ ਨੂੰ ਕਹਦੇ ਵੀ ਪੈਸੇ ਲੈ ਕੇ ਆਉਣੇ ਆ ਚੱਕ ਕੇ, ਵੀ ਜਿਵੇਂ ਕੁੜੀ ਦਾ ਵਿਆਹ, ਜਿਵੇਂ ਅੱਜ ਆੜ੍ਹਤੀਆਂ ਦੇ ਜੱਟ ਦਾ ਬੜਾ ਦਰੁਸਤ ਰਿਸ਼ਤਾ ਹੈ। ਮੈਂ ਕਹਿੰਦਾ ਆੜ੍ਹਤੀਆਂ ਦਾ ਵੀ ਬਹੁਤ ਦੇਣ ਹੈ ਕਿਸਾਨੀ ਦੇ ਵਿੱਚ, ਜੱਟ ਜਾ ਕੇ ਫੜ ਲੈਂਦਾ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਵੀ ਹੋ ਜਾਊਗਾ ਇਹ ਸਾਰਾ ਕੁਝ, ਤੇ ਕਿਹੜੇ ਮੂੰਹ ਨਾਲ ਤੁਸੀਂ ਕਹਿ ਰਹੇ ਹੋ ਕਿ ਨਹੀਂ ਕੋਈ ਜੀ ਕਿਸਾਨ ਤਾਂ ਆਜ਼ਾਦ ਹੋ ਗਿਆ। ਦੇਖੋ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਨਾ, ਉਹਨਾਂ ਨੇ ਤੇ ਹਰ ਇੱਕ ਕੰਮ ਡਾਕੂਮੈਂਟਡ ਕਰਨਾ ਹੁੰਦਾ। ਉਹਨਾਂ ਨੂੰ ਤੁਸੀਂ ਕਹੋਗੇ ਕਿ ਅਸੀਂ 5 ਲੱਖ ਸਾਨੂੰ ਚਾਹੀਦਾ ਬੇਟੀ ਦੇ ਵਿਆਹ ਵਾਸਤੇ, ਉਹਨਾਂ ਕਿਹੜਾ ਜੀ ਲਿਖਾ ਦਿਓ, ਕੁਝ ਆਪਣੀ ਜ਼ਮੀਨ ਰੱਖ ਦਿਓ, ਟਰੈਕਟਰ ਰੱਖ ਦਿਓ, ਕੋਈ ਘਰ ਦਾ ਸਮਾਨ ਰੱਖ ਦਿਓ, ਤੇ ਮੈਂ ਤੁਹਾਡਾ ਆਹ ਫਾਰਮ ਭਰ ਦਿਓ ਤੇ ਨਾਲ ਗਵਾਹ ਲੈ ਆਓ। ਤੁਸੀਂ 6 ਮਹੀਨੇ ਨਾ ਕਹਿ ਲਓ, 3 ਮਹੀਨੇ 4 ਮਹੀਨੇ ਕਹਿ ਲਓ, ਉਹਨਾਂ ਤੁਹਾਡੇ ਚੱਕਰ ਮਰਾਉਣੇ ਆ। ਫਾਈਲ ਨਹੀਂ ਤੁਹਾਡੀ ਚੱਲ ਰਹੀ, ਉੱਪਰੋਂ ਬਾਊ ਜੀ ਨਹੀਂ ਆ ਰਹੇ, ਮੈਨੇਜਰ ਸਾਹਿਬ ਛੁੱਟੀ ਤੇ ਗਏ ਹੋਏ ਨੇ, ਉਹਨਾਂ ਦੀ ਵਾਈਫ ਸਿੱਕ ਆ ਤੇ ਉਹਨਾਂ ਦੇ ਬੇਟਾ ਹੋਣ ਵਾਲਾ ਆ, ਉਹ ਉੱਥੇ ਗਏ ਹੋਏ ਨੇ। ਇਹੋ ਜਿਹੇ ਮਾਮਲੇ 'ਚ ਤੁਸੀਂ ਵੀ ਕੀ ਕਹੋਗੇ, ਔਰ ਤੁਸੀਂ ਫਸੇ ਰਹਿਣਾ। ਸੋ ਇਹ ਗੱਲਾਂ ਕਰਨੀਆਂ ਸੌਖੀਆਂ ਨੇ ਕਿ ਅਸੀਂ ਰਾਤੋਂ ਰਾਤ ਸਿਸਟਮ ਬਦਲ ਦਿਆਂਗੇ। ਇਹ ਉਹਨਾਂ ਨੂੰ ਪੁੱਛੋ ਕਿ ਜਿਹੜੇ ਬੰਦੇ ਰੋਜ਼ ਖੇਤੀ ਕਰਦੇ ਨੇ, ਰੋਜ਼ ਖੂਹ ਪੁੱਟ ਕੇ ਪਾਣੀ ਪੀਣ ਵਾਲੀ ਗੱਲ ਆ। ਇਹ ਕੋਈ ਇੰਜ ਨਹੀਂ ਹੁੰਦਾ ਕਿ ਤੁਸੀਂ ਕੰਪਿਊਟਰ ਦੇ ਵਿੱਚ ਕੋਈ ਸੌਫਟਵੇਅਰ ਪਾ ਦਿੱਤਾ ਤੇ ਫਸਲ ਉੱਗ ਜਾਣੀ ਆ। ਤੁਸੀਂ ਕੱਲਾ ਦਾਣਾ ਉੱਥੇ ਖਿਲਾਰਨਾ ਆ, ਵਾਹੀ ਕਰਨੀ ਆ, ਉੱਥੇ ਜਾ ਕੇ ਨੁੱਕਰਾਂ ਗੋਡਣੀਆਂ ਨੇ, ਟਰੈਕਟਰ ਨਾਲ ਜਿਹੜਾ ਰਹਿ ਗਿਆ ਉਸ ਤੋਂ ਬਾਅਦ ਨੁੱਕਰਾਂ ਗੋਡਣੀਆਂ ਨੇ। ਉਹ ਜਿਨ੍ਹਾਂ ਨੂੰ ਕਿਸਾਨੀ, ਇਹ ਤੇ ਚਲੋ ਬੜੀਆਂ ਹਰੇਕ ਕਿਸਾਨ ਨੂੰ ਪਤਾ ਹੀ ਨਹੀਂ ਇਹ ਗੱਲਾਂ ਸਾਰੀਆਂ। ਬਿਲਕੁਲ। ਪਰ ਜਿਹੜੇ ਮਤਲਬ ਇੱਥੇ ਇੱਕ ਕਮਰੇ ਦੇ ਵਿੱਚ ਕਣਕਾਂ ਉਗਾ ਕੇ ਤੁਸੀਂ ਆਪਣੇ ਆਪ ਨੂੰ ਜੇ ਕਿਸਾਨ ਕਹੋਗੇ ਤੇ ਉੱਤੋਂ ਇਹੋ ਜਿਹੇ ਸੈਂਸਿਟਿਵ ਮੁੱਦਿਆਂ ਤੇ ਐਡੇ ਬਿਆਨ ਦਿਓਗੇ ਤਾਂ ਤੁਹਾਨੂੰ ਸੋਚ ਲੈਣਾ ਚਾਹੀਦਾ ਵੀ ਕਿਸਾਨੀ ਦੇ ਅਸਲ ਮਾਇਨੇ ਕੀ ਨੇ, ਕਿਸਾਨੀ ਹੁੰਦੀ ਕਿੱਦਾਂ। ਜਿਵੇਂ ਇਹਨਾਂ ਨੇ ਕਿਹਾ ਕਿ ਇੱਕ ਆੜ੍ਹਤੀ ਨੂੰ ਜਦੋਂ ਤੁਸੀਂ ਇਹਨਾਂ ਪ੍ਰਾਈਵੇਟ ਕੰਪਨੀਆਂ ਵਾਲਾ ਕੋਲ, ਇਹਨਾਂ ਮਾਲਕਾਂ ਕੋਲੋਂ, ਅੰਬਾਨੀਆਂ ਅਡਾਨੀਆਂ ਤੋਂ ਲੋਨ ਲਓਗੇ ਨਾ ਕੁੜੀ ਦੇ ਵਿਆਹ ਵਾਸਤੇ, ਉਹ ਤੁਹਾਡੇ ਤੋਂ ਚੀਜ਼ਾਂ ਰਖਾਉਣਗੇ, ਤੁਹਾਡੇ ਤੋਂ ਗਿਰਵੀ ਰਖਾਉਣਗੇ, ਤੇ ਤੁਸੀਂ ਗਿਰਵੀ ਰੱਖ ਕੇ ਦੇਖ ਲਓ ਕਿੰਨਾ ਟਾਈਮ ਕੱਟੋਗੇ। ਜੱਟ ਕੋਲੇ ਕਿੰਨਾ ਕੁਛ ਹੁੰਦਾ, ਕਿਸਾਨ ਕੋਲੇ ਕਿੰਨਾ ਕੁਛ ਹੁੰਦਾ। ਉੱਥੇ ਜੇ ਆੜ੍ਹਤੀ ਆ, ਅੱਜ ਅਸੀਂ ਜਿੰਨੀ ਸਾਡੀ ਫਸਲ ਆ ਉਸ ਤੋਂ ਦੁੱਗਣੇ ਵੀ ਕਈ ਵਾਰੀ ਪੈਸੇ ਫੜ ਲੈਂਦੇ ਆ ਮਜਬੂਰੀ ਦੇ ਵਿੱਚ। ਕੋਈ ਬਿਮਾਰ ਹੋ ਜੇ ਤਾਂ ਮੌਕੇ ਤੇ ਰਾਤ ਨੂੰ 12 ਵਜੇ ਵੀ ਪੈਸੇ ਫੜ ਲੈਂਦੇ ਆ, ਤੋਂ ਅਗਲੀ ਵਾਰੀ ਫਸਲ ਸੁੱਟ ਕੇ ਲਾ ਵੀ ਦਿੰਦੇ ਆ। ਸਾਡੀ ਆਪਸੀ ਸਾਂਝ ਪੂਰੀ ਹੈ। ਤੇ ਪਰ ਆੜਤ ਜਿਹੜਾ ਆੜਤੀ ਹੈ ਜਿਹੜੇ ਨੇ ਉਹ ਵੀ ਖਤਮ ਹੋਣਗੇ, ਇੱਕ ਮਜ਼ਦੂਰ ਵੀ ਖਤਮ ਹੋਊਗਾ, ਕਿਸਾਨ ਵੀ ਖਤਮ ਹੋਊਗਾ। ਜੋ ਉਹ ਜਿਹੜਾ ਵੱਟੇ ਦਾ ਕੰਮ ਕਰਦਾ, ਜਿਹੜਾ ਤੱਕੜੀ ਚਲਾ ਕੇ ਕੰਮ ਕਰਦਾ, ਉਹ ਵੀ ਇਹ ਨਾ ਸੋਚੇ, ਜਿਹੜਾ ਸਿੰਗਰ ਹੈ ਉਹ ਵੀ ਇਹ ਨਾ ਸੋਚੇ, ਜਿਹੜਾ ਕੋਈ ਵੀ ਹੋਰ ਵਪਾਰ ਕਰਦਾ ਉਹ ਵੀ ਇਹ ਨਾ ਸੋਚੇ ਕਿ ਉਹਦਾ ਕੋਈ ਰੌਲਾ ਨਹੀਂ ਹੈ, ਉਹਦੇ ਲਈ ਇਹ ਬਿੱਲ ਮਾਰੂ ਨਹੀਂ ਹੈ। ਕਿਸਾਨੀ ਦੇ ਉੱਤੇ ਬਹੁਤ ਕੁਝ ਡਿਪੈਂਡ ਕਰਦਾ। ਇੱਕ ਕਲਾਕਾਰ ਵੀ ਖਾੜਾ ਤਾਂ ਲਾਊਗਾ, ਇੱਕ ਕਲਾਕਾਰ ਦਾ ਵੀ ਖਾੜਾ ਕੋਈ ਕਿਸਾਨ ਤਾਂ ਲਵਾਊਗਾ ਜਿਹਦੀ ਜੇਬ 'ਚ 4 ਪੈਸੇ ਹੋਣਗੇ। ਨਹੀਂ ਤਾਂ ਸਾਰੇ ਹੀ ਇੱਥੇ ਮਤਲਬ ਇਹਨਾਂ ਨੇ ਸਾਰੇ ਕੁਛ ਕੁ ਬੰਦੇ ਜਿਹੜੇ 5-7 ਬੰਦਿਆਂ ਨੂੰ ਛੱਡ ਕੇ ਜਿੰਨੇ ਵੀ ਆਵਾਮ ਹੈ ਸਭ ਨੂੰ ਭੁੱਖਾ ਮਾਰਨ ਦੀ ਤਿਆਰੀ ਹੈ ਤੇ ਸਾਰਿਆਂ ਨੂੰ ਸੰਘਰਸ਼ ਦੇ ਵਿੱਚ ਆਉਣ ਦੀ ਇਸ ਟਾਈਮ ਲੋੜ ਹੈ। ਅੱਛਾ ਜੀ, ਇੱਕ ਬਹੁਤ ਵੱਡੀ ਗੱਲ ਮੈਂ ਕਰਨ ਲੱਗਾ ਸੀ, ਜਦੋਂ ਵੀ ਕੋਈ ਮਾਮਲਾ ਇਹੋ ਜਿਹਾ ਉੱਠਦਾ ਨਾ ਵੱਡਾ, ਉਦੋਂ ਉਸ ਮਾਮਲੇ ਨੂੰ ਮਤਲਬ ਘੁਮਾ ਦਿੱਤਾ ਜਾਂਦਾ, ਕੋਈ ਹੋਰ ਮਾਮਲਾ ਸਾਹਮਣੇ ਆ ਜਾਂਦਾ। ਉਹ ਸਾਜ਼ਿਸ਼ ਦੇ ਤਹਿਤ ਆਉਂਦਾ। ਸਾਡੇ ਲੋਕ ਇਹ ਗੱਲ ਤੇ ਗੱਲ ਤਾਂ ਕਰਦੇ ਨੇ, ਸਾਡੇ ਲੋਕ ਹੈਗੇ ਨੇ ਮਤਲਬ ਸਮਝਦਾਰ, ਵੀ ਪਤਾ ਲੱਗ ਜਾਂਦਾ ਉਹਨਾਂ ਨੂੰ, ਪਰ ਫਿਰ ਵੀ ਉਹ ਕਾਮਯਾਬ ਹੋ ਜਾਂਦੇ ਜਿਹੜੇ ਕਰਨ ਵਾਲੇ ਹੁੰਦੇ ਆ, ਤੇ ਮੁੱਦੇ ਤੋਂ ਭੜਕਾਇਆ ਜਾਂਦਾ। ਹੁਣ ਜਿਵੇਂ ਐਡੇ ਤਕੜਾ ਸੰਘਰਸ਼ ਵਿੱਢਿਆ ਗਿਆ, ਸਾਨੂੰ ਉਮੀਦ ਹੈ ਤੇ ਪ੍ਰਮਾਤਮਾ ਤੇ ਕਿਰਪਾ ਦੀ ਸਾਨੂੰ ਹੈਗੀ ਆ ਉਮੀਦ ਕਿ ਜਿਹੜਾ ਐਡਾ ਤਕੜਾ ਨੌਜਵਾਨ ਮੁੰਡੇ ਵੀ ਆ ਗਏ ਆ, ਬਹੁਤ ਲੋਕ ਸੰਘਰਸ਼ 'ਚ ਆ ਗਏ, ਕੁਛ ਲੈ ਕੇ ਡਿੱਗਣਗੇ, ਕੁਛ ਜਿੱਤਣਗੇ ਜ਼ਰੂਰ। ਪਰ ਹੁਣ ਫਿਰ ਛੋਟੀਆਂ ਛੋਟੀਆਂ ਚੀਜ਼ਾਂ ਆ ਰਹੀਆਂ। ਹਾਲ ਹੀ ਦੇ ਵਿੱਚ
ਮੈਨੂੰ ਨਵਾਂ ਹਾਦਸਾ ਇੱਥੇ ਜਿਹੜਾ ਬੇਅਦਬੀ ਦਾ ਸੁਣਨ ਨੂੰ ਮਿਲਿਆ ਹੈ। ਇਹੋ ਜਿਹੇ ਜਿਹੜੇ ਘਟਨਾਕ੍ਰਮ ਨੇ ਇਹਨਾਂ ਤੋਂ ਕਿਸਾਨਾਂ ਨੂੰ ਮੈਨੂੰ ਲੱਗਦਾ ਬਹੁਤ ਬਚਣ ਦੀ ਲੋੜ ਹੈ। ਬਿਲਕੁਲ ਜੀ, ਪਹਿਲਾਂ ਵੀ ਇਹ ਧਿਆਨ ਦੇਣ ਦੀ ਲੋੜ ਹੈ ਕਿ ਪਹਿਲਾਂ ਵੀ ਬੇਅਦਬੀ ਵਾਲੇ ਮਾਮਲੇ ਦੇ ਨਾਲ ਹੀ ਕਿਸਾਨ ਰੋਹ ਜਿਹੜਾ ਸੀਗਾ ਉਹਦਾ ਰਸਤਾ ਮੋੜ ਦਿੱਤਾ ਗਿਆ। ਉਹ ਜਿਹੜਾ ਸਾਰਾ ਉਹ ਜਿਹੜਾ ਗੁੱਸਾ ਆ ਉਹ ਬੇਅਦਬੀ ਵਾਲੇ ਪਾਸੇ ਚਲਾ ਗਿਆ। ਹੁਣ ਇਸ ਵੇਲੇ ਵੀ ਜਿਹੜਾ ਮੰਡੀ ਗੋਬਿੰਦਗੜ੍ਹ ਦਾ ਸ਼ਾਇਦ ਪਿੰਡ ਤੂਰ ਆ, ਜੇ ਮੈਂ ਸਹੀ ਕਹਿ ਰਿਹਾ ਹੋਵਾਂ, ਜਾਂ ਤੂਰ ਜਾਂ ਕੋਈ ਦੂਰ ਹੈ, ਇੱਦਾਂ ਦਾ ਕੋਈ ਨਾਮ ਹੈ ਉਹਦਾ ਪਿੰਡ ਦਾ, ਔਰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੋਇਆ। ਔਰ ਇਹ ਛੋਟੀ ਗੱਲ ਨਹੀਂ, ਇਹ ਬੜੀ ਵੱਡੀ ਗੱਲ ਆ ਸਿੱਖਾਂ ਵਾਸਤੇ, ਖਾਸ ਕਰਕੇ ਬੜਾ ਵੱਡਾ ਵਿਸ਼ਾ ਆ, ਕਿਉਂਕਿ ਇਹ ਆਸਥਾ ਤੋਂ ਵੱਡਾ ਸਿੱਖਾਂ ਨੇ ਹਮੇਸ਼ਾ ਹੀ ਇਹਦੇ ਵਾਸਤੇ ਜਾਨਾਂ ਦਿੱਤੀਆਂ ਨੇ। ਔਰ ਸਿੱਖਾਂ ਦਾ ਇਤਿਹਾਸ ਜਿਹੜਾ ਕੁਰਬਾਨੀਆਂ ਦਾ ਭਰਿਆ, ਇਹਦੇ ਵਾਸਤੇ ਕੋਈ ਬਹੁਤੇ ਕਿਸੇ ਲੈਕਚਰ ਦੀ ਲੋੜ ਨਹੀਂ, ਕਿ ਇਹ ਸਭ ਜਾਣਦੇ ਹੀ ਨੇ। ਪਰ ਇਹ ਹੈ ਕਿ ਇਹ ਵਿਸ਼ੇ ਦੇ ਕਰਕੇ ਜਿਹੜਾ ਇਹ ਗੁੱਸਾ ਆ ਤੁਹਾਡਾ ਸਰਕਾਰ ਪ੍ਰਤੀ, ਉਹ ਇਹ ਨਾ ਹੋਵੇ ਉਹ ਕਿਸੇ ਮਾੜੇ ਦੇ ਉੱਤੇ ਨਿਕਲ ਜਾਵੇ। ਉੱਥੇ ਚਲੋ ਇੱਕ ਬੰਦਾ ਫੜੋਗੇ, ਉਹਦੇ ਨਾਲ 4 ਬੰਦੇ ਆਉਣਗੇ, ਉੱਥੇ ਕਤਲ ਹੋਣ ਲੱਗ ਪੈਣਗੇ, ਤੇ ਫਿਰ ਇਹ ਨਾ ਹੋਵੇ ਕਿ ਤੁਸੀਂ ਇਸੇ ਆਪਣਾ ਮੁੱਦਾ ਇਹ ਛੱਡ ਕੇ ਤੇ ਇਹਦੇ ਵੱਲ ਹੀ ਤੁਸੀਂ ਲੱਗੋ ਵੀ ਬੇਅਦਬੀਆਂ ਪਹਿਲਾਂ ਨਹੀਂ ਸੀ ਹੋਈਆਂ ਜੀ, ਹੁਣ ਬੇਅਦਬੀਆਂ ਫਿਰ ਹੋਣ ਲੱਗ ਪਈਆਂ। ਇਹ ਹੈ ਮਸਲਾ, ਇਹ ਬਹੁਤ ਸੰਜੀਦਾ ਮਸਲਾ ਆ। ਇਹਦੇ ਤੇ ਇਹ ਨਹੀਂ ਮੈਂ ਕਹਿ ਰਿਹਾ ਕਿ ਇਹ ਕੋਈ ਛੱਡ ਦੇਣਾ ਚਾਹੀਦਾ, ਇਹਦਾ ਇਨਸਾਫ ਹੋਣਾ ਚਾਹੀਦਾ, ਬੰਦੇ ਦਾ ਪਤਾ ਕਰਨਾ ਚਾਹੀਦਾ, ਉਹਨੂੰ ਸਜ਼ਾ ਹੋਣੀ ਚਾਹੀਦੀ ਆ, ਉਹਨੂੰ ਕਿਸੇ ਵੀ ਤਰ੍ਹਾਂ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ। ਪਰ ਇਹ ਨਹੀਂ ਹੈ ਕਿ ਤੁਹਾਡੇ ਭਾਸ਼ਣਾਂ ਦਾ ਜਿਹੜਾ ਉਹ ਮੁੱਖ ਵਿਸ਼ਾ ਹੀ ਇਹ ਬਣ ਕੇ ਰਹਿ ਜਾਏ ਵੀ ਚਲੋ ਪਹਿਲਾਂ ਉਹੋ ਹੀ ਲੱਭ ਲਈਏ। ਉਹ ਵੀ ਲੱਭਣੇ ਨੇ। ਐਡਾ ਵੱਡਾ ਸੰਘਰਸ਼ ਤੁਹਾਡਾ ਇਹ ਮੱਠਾ ਪੈ ਜੇ, ਜਿਹੜਾ ਸੰਘਰਸ਼ ਸ਼ਾਇਦ ਕਿ ਸਰਕਾਰਾਂ ਨੂੰ ਫਰਕ ਪਾ ਸਕੇ। ਕਿਉਂਕਿ ਪਹਿਲਾਂ ਵੀ ਜਿਵੇਂ ਗੱਲ ਕੀਤੀ, ਮੈਂ ਦੁਬਾਰਾ ਰਿਪੀਟ ਕਰਾਂ ਤਾਂ 2-3 ਮਹੀਨੇ ਦੀ ਕੋਈ ਖੇਡ ਨਹੀਂ ਗੀ। 2-3 ਮਹੀਨੇ ਤੇ ਉੱਥੇ ਜਿਹੜੇ ਆਪਣਾ ਸ਼ਾਹੀਨ ਬਾਗ ਦੇ ਵਿੱਚ ਐਨੇ ਸੈਂਕੜੇ ਔਰਤਾਂ ਬੈਠੀਆਂ ਰਹੀਆਂ ਕਿਸਾਨਾਂ ਦੀ, ਤੇ ਚਲੋ ਫਿਰ ਮਰਦਾਂ ਨੂੰ ਤਾਂ ਕੋਈ ਇਸ ਤੇ ਪੁੱਛਦਾ ਨਹੀਂ, ਪਾਣੀ ਦੀਆਂ ਬੁਛਾੜਾਂ ਕਰਦੇ ਨੇ, ਡਾਂਗਾਂ ਭਰਾਉਂਦੇ ਨੇ, ਔਰ ਪੁੱਛਦਾ ਹੀ ਕੁਝ ਨਹੀਂ ਹੈ ਵੀ ਗੋਲੀ ਚਲਾਉਣੀ ਪੈ ਗਈ, ਗੋਲੀ ਚਲਾ ਦਿੰਦੇ ਨੇ। ਔਰ ਉੱਥੇ ਔਰਤਾਂ ਬੈਠੀਆਂ ਰਹੀਆਂ, ਔਰ ਔਰਤਾਂ ਦੇ ਬਿਨਾਂ ਘਰ ਨਹੀਂ ਚੱਲਦੇ। ਔਰਤਾਂ ਆਪਣਾ ਰੋਟੀ ਪਾਣੀ ਦਾ ਤੁਸੀਂ ਦੇਖੋ ਘਰਾਂ ਦਾ ਕਿਵੇਂ ਚੱਲਦਾ ਹੋਊਗਾ। ਮਰਦਾਂ ਨੇ ਜ਼ਿੰਮੇਵਾਰੀ ਸਾਂਭੀ ਕਿ ਅਸੀਂ ਰੋਟੀ ਪਾਣੀ ਕਰ ਲਾਂਗੇ, ਅਸੀਂ ਨਿਆਣੇ ਸਕੂਲ ਛੱਡ ਕੇ ਆਉਣੇ, ਲੈ ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰ, ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰ, ਜੂੰ ਤੱਕ ਨਹੀਂ ਸਰਕੀ। ਇੱਕ ਬੰਦਾ ਉੱਥੇ ਗਿਆ ਨਹੀਂ ਕਿ ਜਾ ਕੇ ਉਹਨਾਂ ਨੂੰ ਪੁੱਛ ਲਵੇ ਕਿ ਬਈ ਤੁਹਾਡਾ ਸਹੀ ਆ ਜਾਂ ਗਲਤ ਹੈ। ਕੋਈ ਉੱਥੇ ਜਾ ਕੇ ਕਿਸੇ ਪਾਰਟੀ ਦਾ ਲੀਡਰ ਨਹੀਂ। ਹੁਣ ਇਸ ਵੇਲੇ ਕਹਿਣ ਨੂੰ ਨੰਬਰ ਬਣਾਉਣ ਨੂੰ ਆਪਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਵਧੀਆ ਹੈ ਜੀ, ਅਕਾਲੀ ਦਲ ਵਧੀਆ ਜੀ, ਫਲਾਣਾ। ਆਮ ਆਦਮੀ ਪਾਰਟੀ ਦਾ ਵੀ ਕੋਈ ਬੰਦਾ ਉੱਥੇ ਨਹੀਂ ਗਿਆ, ਬਿਲਕੁਲ, ਭਾਵੇਂ ਕੋਈ ਗਲਤ ਹੋਵੇ। ਨਾਲੇ ਇਲੈਕਸ਼ਨ ਦਾ ਟਾਈਮ ਸੀ, ਫਿਰ ਵੀ ਕੋਈ ਬੰਦਾ ਨਹੀਂ ਗਿਆ। ਨਾਲੇ ਦਿੱਲੀ ਨੇ ਦਿਖਾਇਆ, ਦਿੱਲੀ ਨੇ, ਪਰ ਦਿੱਲੀ ਦੀਆਂ ਔਰਤਾਂ ਬੈਠੀਆਂ ਰਹੀਆਂ, ਪਰ ਉੱਥੇ ਕੋਈ ਨਹੀਂ ਗਿਆ। ਮਤਲਬ ਗਲਤ ਹੋਣਾ, ਜਿਵੇਂ ਬੀਬਾ ਬਾਦਲ ਨੇ ਕਿਹਾ ਨਾ ਕਿ ਮੈਂ ਆਪਣੇ ਟੱਬਰ ਦੇ ਨਾਲ ਜਿਹੜਾ ਵੀ ਜਿੱਦਾਂ ਦਾ ਵੀ ਮੇਰਾ ਹੈਗਾ ਭੋਲਾ ਪਰਿਵਾਰ ਜਿਹੜਾ ਹੈਗਾ ਕਿਸਾਨੀ ਪਰਿਵਾਰ, ਇਹਨੂੰ ਨਹੀਂ ਸਮਝ ਹੈਗੀ, ਉਹਨਾਂ ਦੇ ਨਾਲ ਖਲੋਤੀ ਆ, ਝੂਠੀ ਸੱਚੀ ਹੋ ਕੇ ਬੀਬੀ ਖੜੀ ਆ, ਪਰ ਉਹਦੇ ਨਾਲ ਤਾਂ ਕੋਈ ਖੜਿਆ ਵੀ ਨਹੀਂ। ਉੱਥੇ ਤੇ ਕੋਈ ਉਹਨਾਂ ਦੇ ਕੋਈ ਲੀਡਰ ਵੀ ਨਹੀਂ ਗਿਆ ਕਿ ਚਲੋ ਗਲਤੀ ਨੇ, ਪਰ ਇਹ ਇੰਨੇ ਲੋਕ ਬੈਠੇ ਨੇ ਆਪਣਾ ਘਰ ਪਰਿਵਾਰ ਛੱਡ ਕੇ, ਇਹਨਾਂ ਦਾ ਚਲੋ ਕੋਈ ਇਹਨਾਂ ਨੂੰ ਛੋਟ ਦੇ ਦਿਓ, ਕੋਈ ਤਰ੍ਹਾਂ ਦਾ ਝੂਠਾ ਭਾਸ਼ਣ ਦੇ ਦਿਓ। ਤੁਸੀਂ ਤੇ ਬਿਆਨਾਂ ਤੋਂ ਮੁੱਕਰਨਾ ਹੀ ਹੁੰਦਾ। ਕਹਿਣ ਤੋਂ ਭਾਵ ਵੀ ਸੰਘਰਸ਼ ਤੁਸੀਂ ਕਹਿਣਾ ਚਾਹੁੰਦੇ ਵੀ ਲੰਬਾ ਚੱਲਣਾ, ਹਲੇ ਬਹੁਤ ਲੰਬਾ ਚੱਲਣਾ ਸੰਘਰਸ਼ ਜੀ। ਜੇਕਰ ਇਹਦਾ ਕੋਈ ਨਤੀਜਾ ਲੈਣਾ ਆ, ਜੇ ਕਿਸੇ ਲੀਡਰ ਨੇ ਫਾਇਦਾ ਲੈ ਲਿਆ, ਜਿੱਦਾਂ ਹਮੇਸ਼ਾ ਹੀ ਹੁੰਦਾ ਆਇਆ, ਹਮੇਸ਼ਾ ਹੀ ਜਿਹੜੀ ਲੋਕ ਰੋਹ ਜਿਹੜਾ ਹੈ ਨਾ, ਉਹ ਕੀ ਹੁੰਦਾ ਕਿ ਪਾੜ ਜਾਂਦਾ ਜਲਦੀ, ਕਿ ਲੋਕ ਆਪਣੇ ਮਨਪਸੰਦ ਜਿਹੜੇ ਲੀਡਰ ਨੇ, ਛੋਟੇ ਛੋਟੇ ਕਿਸਾਨ ਲੀਡਰ ਹੋ ਗਏ, ਜਾਂ ਜਿਹੜੇ ਪੰਚਾਇਤੀ ਕੋਈ ਸਰਪੰਚ ਆ, ਜਾਂ ਕੋਈ ਇਲਾਕੇ ਦਾ ਕੋਈ ਮੰਨਿਆ ਪ੍ਰਮੰਨਿਆ ਬੰਦਾ ਆ, ਉਹ ਛੋਟੇ ਛੋਟੇ ਕਾਰਨਾਂ ਕਰਕੇ ਇਹ ਪਾੜ ਜਾਂਦੇ ਨੇ। ਔਰ ਇਹ ਜਿਹੜਾ ਪਾੜ ਪੈਂਦਾ, ਇਹਦਾ ਲਾਭ ਸਿਆਸੀ ਲੋਕ ਲੈਂਦੇ ਨੇ, ਔਰ ਤੁਹਾਨੂੰ ਕਹਿੰਦੇ ਨੇ ਕਿ ਠੀਕ ਹੈ ਜੀ, ਉਹਨਾਂ ਅੱਧੇ ਬੰਦਿਆਂ ਨੂੰ ਲੈ ਗਏ, ਤੁਸੀਂ ਅੱਧੇ ਰਹਿ ਗਏ, ਤੁਸੀਂ ਕਿਸੇ ਕੰਮ ਦੇ ਨਹੀਂ। ਇਸ ਵੇਲੇ ਛੋਟੇ ਮੋਟੇ ਆਪਣੇ ਜਿਹੜੇ ਇੱਕ ਦੂਜੇ ਨਾਲ ਕੋਈ ਕਲੇਸ਼ ਨੇ, ਜਾਂ ਕੋਈ ਜ਼ਮੀਨ ਦਾ ਕੋਈ ਰੌਲਾ, ਕੋਈ ਨਿੱਕਾ ਮੋਟੇ, ਇਸ ਬਾਤ ਤੇ ਛੱਡ ਦਿਓ। ਸੋ ਦੋਸਤੋ, ਜਿਹੜੀ ਮੇਨ ਗੱਲ ਉਹ ਇਹੀ ਹੈ ਕਿ ਜਿਹੜੇ ਤੁਹਾਡੇ ਸੰਘਰਸ਼ਾਂ ਦੇ ਜਿਹੜੇ ਕਿਸਾਨ ਇੰਨਾ ਸੰਘਰਸ਼ ਕਰ ਰਹੇ ਨੇ, ਇਹਦੇ ਨਤੀਜੇ ਤਾਂ ਹੀ ਸਾਹਮਣੇ ਚੰਗੇ ਆਉਣਗੇ ਜੇ ਤੁਸੀਂ 2022 ਦੇ ਵਿੱਚ ਜਾਂ ਇਲੈਕਸ਼ਨਾਂ ਦੇ ਵਿੱਚ ਨਤੀਜੇ ਬਦਲੋਗੇ। ਇਹ ਸੰਘਰਸ਼ ਹੋਣੇ ਲੰਬੇ ਹੋਣੇ ਚਾਹੀਦੇ ਨੇ। ਜਿਵੇਂ ਇਹਨਾਂ ਨੇ ਕਿਹਾ ਕਿ 2-3 ਮਹੀਨਿਆਂ ਦਾ ਸੰਘਰਸ਼ ਨਹੀਂ, 2-3 ਮਹੀਨੇ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸੰਘਰਸ਼ ਹੋਈ ਜਾਂਦਾ। ਉਸ ਤੋਂ ਬਾਅਦ ਇਹ ਜਿਹੜਾ ਪੰਜਾਬ ਦੇ ਵਿੱਚੋਂ ਵੈਸੇ ਲਹਿਰਾਂ ਉੱਠੀਆਂ, ਵਾਪਸ ਖਾਲੀ ਹੱਥ ਮੁੜੀਆਂ ਨਹੀਂ, ਤੇ ਇਹ ਲਹਿਰ ਵੀ ਖਾਲੀ ਹੱਥ ਮੁੜੇ ਨਾ। ਤੇ ਜਿਹੜੇ ਆਸੇ-ਪਾਸੇ ਦੇ ਤੁਹਾਨੂੰ ਭਰਮਾਉਣ ਦੇ ਲਈ ਜਿਹੜੇ ਕੁਝ ਹੋ ਰਹੇ ਨੇ, ਹਾਦਸੇ ਕਰਵਾਏ ਜਾ ਰਹੇ ਨੇ, ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਉਹਨਾਂ ਨੂੰ ਅੱਖੋਂ ਪਰੋਖੇ ਵੀ ਨਹੀਂ ਕਰਨਾ, ਪਰ ਉਹਨਾਂ ਚੀਜ਼ਾਂ ਦੇ ਵਿੱਚ ਰਹਿ ਕੇ, ਉਹਨਾਂ ਚੀਜ਼ਾਂ ਦੇ ਵਿੱਚ ਪੈ ਕੇ, ਉਲਝ ਕੇ ਕਿਤੇ ਸੰਘਰਸ਼ ਮੱਠਾ ਨਾ ਹੋ ਜਾਵੇ। ਬਤੌਰ ਪੱਤਰਕਾਰ ਹੁੰਦਿਆਂ, ਬਤੌਰ ਆਪਣੇ ਚੈਨਲ ਦੀ ਡਿਊਟੀ ਨਿਭਾਉਂਦਿਆਂ, ਅਸੀਂ ਇਸ ਸੰਘਰਸ਼ ਦੇ ਵਿੱਚ ਤੁਹਾਡਾ ਹਮੇਸ਼ਾ ਸਾਥ ਬਣਾਈ ਰੱਖਾਂਗੇ। ਤੇ ਨਵੇਂ ਵਿਸ਼ੇ ਨੂੰ ਲੈ ਕੇ, ਜੋ ਖੇਤੀ ਦੇ ਮੁੱਦੇ ਨਾਲ ਹੀ ਹੋਏਗਾ ਹੋਪਸੋ, ਕਿਉਂਕਿ ਇਹ ਲੰਬਾ ਸੰਘਰਸ਼ ਚੱਲਣ ਵਾਲਾ, ਤੇ ਅਸੀਂ ਤੁਹਾਡੇ ਨਾਲ ਲੰਬਾ ਸੰਘਰਸ਼ ਲੜਾਂਗੇ। ਨਵੇਂ ਮੁੱਦੇ ਨੂੰ ਲੈ ਕੇ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ। ਮੈਨੂੰ ਗੁਰਪਾਲ ਸਿੰਘ ਭਰਾ ਨੂੰ, ਮੇਰੇ ਸਾਥੀ ਗੁਸਤਾਖ ਜ਼ੈਨ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।